ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਚਿਓ, ਮੈਂ ਗੁਰਦੀਪ ਸਿੰਘ ਸਰਕਾਰੀ ਹਾਈ ਸਕੂਲ ਕਾਕੜਾ ਵਿਖੇ ਬਤੌਰ ਸਮਾਜਿਕ ਸਿੱਖਿਆ ਸੇਵਾਵਾਂ ਨਿਭਾ ਰਿਹਾ ਹਾਂ। ਬੱਚਿਓ, ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਅਰਥ ਸ਼ਾਸਤਰ ਦਾ ਪਾਠ ਨੰਬਰ 2 ਮਨੁੱਖੀ ਸੰਸਾਧਨ ਦਾ ਭਾਗ ਦੂਜਾ। ਭਾਗ ਪਹਿਲਾ ਲੈਕਚਰ ਜਿਹੜਾ ਅਸੀਂ ਪਹਿਲਾਂ ਸੁਣਿਆ ਸੀਗਾ ਉਹਦੇ ਵਿੱਚ ਅਸੀਂ ਮਨੁੱਖੀ ਸਾਧਨ ਅਤੇ ਫਿਰ ਮਨੁੱਖੀ ਸਾਧਨ ਇੱਕ ਮਨੁੱਖੀ ਸੰਸਾਧਨ ਕਿਵੇਂ ਬਣਦਾ ਹੈ ਉਹਦੇ ਬਾਰੇ ਅਸੀਂ ਜਾਣਿਆ। ਮਾਨਵ ਪੂੰਜੀ ਕੀ ਹੁੰਦੀ ਹੈ, ਮਾਨਵ ਪੂੰਜੀ ਨਿਰਮਾਣ ਕਿਵੇਂ ਬਣਦੀ ਹੈ ਅਤੇ ਸਰਕਾਰ ਆ ਜਿਹੜਾ ਉਹਦਾ ਕੀ ਰੋਲ ਹੁੰਦਾ ਹੈ ਮਾਨਵ ਪੂੰਜੀ ਨਿਰਮਾਣ ਕਰਨ ਦੇ ਵਿੱਚ, ਅਤੇ ਮਾਨਵ ਪੂੰਜੀ ਆ ਜਿਹੜੀ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਕਿਵੇਂ ਹੁੰਦੀ ਹੈ ਇਹ ਅਸੀਂ ਪੜ੍ਹਿਆ ਸੀਗਾ। ਆਰਥਿਕ ਅਤੇ ਗੈਰ ਆਰਥਿਕ ਕਿਰਿਆਵਾਂ ਕਿਹੜੀਆਂ ਹੁੰਦੀਆਂ ਨੇ ਇਹਨਾਂ ਬਾਰੇ ਅਸੀਂ ਜਾਣਿਆ ਸੀਗਾ। ਔਰਤਾਂ ਵੱਲੋਂ ਘਰ ਦੇ ਜਿਹੜੇ ਕੰਮ ਨੇ ਉਸ ਸਮੇਂ ਦੌਰਾਨ ਉਹਨਾਂ ਵੱਲੋਂ ਕਿਹੜੀਆਂ ਆਰਥਿਕ ਅਤੇ ਗੈਰ ਆਰਥਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਪੜ੍ਹਿਆ। ਸੋ ਅੱਜ ਦਾ ਜਿਹੜਾ ਬੱਚੇ ਸਾਡਾ ਇਹ ਲੈਕਚਰ ਹੋਊਗਾ ਇਹ ਸਾਡਾ ਮਨੁੱਖੀ ਸੰਸਾਧਨ ਦਾ ਭਾਗ ਦੂਜਾ ਹੈ। ਅਤੇ ਇਸ ਲੈਕਚਰ ਦੇ ਵਿੱਚ ਬੱਚਿਓ ਅਸੀਂ ਕੀ ਪੜ੍ਹਾਂਗੇ? ਪਿਆਰੇ ਵਿਦਿਆਰਥੀਓ, ਅਸੀਂ ਇਸ ਪਾਠ ਰਾਹੀਂ ਹੇਠ ਲਿਖੇ ਪ੍ਰਸ਼ਨ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਨਸੰਖਿਆ ਦੀ ਗੁਣਵੱਤਾ ਵਧਾਉਣ ਦੇ ਸਾਧਨ, ਸਿੱਖਿਆ ਬਾਰੇ ਚਰਚਾ ਕਰਾਂਗੇ। ਭਾਰਤ ਵਿੱਚ ਸਾਖਰਤਾ ਦਰ 2011 ਦੀ ਜਨਗਣਨਾ ਅਨੁਸਾਰ ਬਾਰੇ ਪੜ੍ਹਾਂਗੇ। ਸਿਹਤ, ਬੇਰੁਜ਼ਗਾਰੀ ਦੇ ਕਾਰਨ ਕਿਹੜੇ ਕਿਹੜੇ ਨੇ, ਬੇਰੁਜ਼ਗਾਰੀ ਦੀਆਂ ਕਿਸਮਾਂ ਕਿਹੜੀਆਂ ਨੇ, ਬੇਰੁਜ਼ਗਾਰੀ ਦੇ ਪ੍ਰਭਾਵ ਕੀ ਨੇ, ਅਤੇ ਅਖੀਰ ਦੇ ਵਿੱਚ ਬੱਚਿਓ ਅਸੀਂ ਪਾਠ ਨਾਲ ਸੰਬੰਧਿਤ ਅਭਿਆਸ ਆ ਉਹ ਹੱਲ ਕਰਾਂਗੇ। ਇਸ ਕਰਕੇ ਸਾਰੇ ਬੱਚਿਆਂ ਨੇ ਇਸ ਲੈਕਚਰ ਨੂੰ ਧਿਆਨ ਦੇ ਨਾਲ ਸੁਣਨਾ ਤਾਂ ਕਿ ਜਿਹੜਾ ਅਭਿਆਸ ਹੈ ਉਹ ਤੁਸੀਂ ਖੁਦ ਹੱਲ ਕਰ ਸਕੋ। ਚਲੋ ਆਪਾਂ ਸ਼ੁਰੂ ਕਰਦੇ ਹਾਂ। ਆਪਣਾ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਜਨਸੰਖਿਆ ਦੀ ਗੁਣਵੱਤਾ। ਹਾਂਜੀ, ਜਨਸੰਖਿਆ ਦੀ ਗੁਣਵੱਤਾ ਤੋਂ ਭਾਵ ਇੱਥੇ ਇਹ ਹੈ ਬੱਚਿਓ ਕਿ ਜਿਹੜੀ ਜਨਸੰਖਿਆ ਹੈ ਉਹ ਕਿੰਨੀ ਕੁ ਨਿਪੁੰਨ ਹੈ, ਕਿੰਨੇ ਕੁ ਗੁਣ ਨੇ ਉਹ 'ਚ, ਕਿੰਨੀ ਕੁ ਕੁਸ਼ਲਤਾ ਉਹਨਾਂ ਦੇ ਵਿੱਚ ਹੈਗੀ ਆ, ਇਸ ਨੂੰ ਅਸੀਂ ਜਨਸੰਖਿਆ ਦੀ ਗੁਣਵੱਤਾ ਆਖਦੇ ਹਾਂ। ਕਿਉਂਕਿ ਪਹਿਲਾਂ ਅਸੀਂ ਪੜ੍ਹਿਆ ਸੀਗਾ ਕਿ ਕਿਸੇ ਦੇਸ਼ ਦਾ ਜਿਹੜਾ ਵਿਕਾਸ ਹੈ ਉਹ ਜਨਸੰਖਿਆ ਦੀ ਗੁਣਵੱਤਾ 'ਤੇ ਨਿਰਭਰ ਕਰਦਾ ਹੈ। ਜਨਸੰਖਿਆ ਜਿਹੜੀ ਵੱਧਦੀ ਜਨਸੰਖਿਆ ਦੇਸ਼ ਦੇ ਲਈ ਚਿੰਤਾ ਦਾ ਵਿਸ਼ਾ ਨਹੀਂ ਹੈਗਾ, ਪਰ ਅਕੁਸ਼ਲ ਜਨਸੰਖਿਆ ਜਿਹੜੀ ਉਹ ਦੇਸ਼ ਦੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਸੋ ਜਨਸੰਖਿਆ ਦੀ ਗੁਣਵੱਤਾ ਦੇਸ਼ ਦੇ ਲੋਕਾਂ ਵੱਲੋਂ ਪ੍ਰਾਪਤ ਕੀਤੀ ਚੰਗੀ ਸਿੱਖਿਆ, ਲੋਕਾਂ ਦੀ ਚੰਗੀ ਸਿਹਤ ਅਤੇ ਨਿਪੁੰਨਤਾ ਦੇ ਨਿਰਮਾਣ 'ਤੇ ਨਿਰਭਰ ਕਰਦੀ ਹੈ। ਜਨਸੰਖਿਆ ਦੀ ਗੁਣਵੱਤਾ ਦੇਸ਼ ਜਾਂ ਅਰਥ ਸ਼ਾਸਤਰ ਦੇ ਵਾਧੇ ਅਤੇ ਵਿਕਾਸ ਦੀ ਦਰ ਨਿਸ਼ਚਿਤ ਕਰਦੀ ਹੈ। ਬੱਚਿਓ, ਜਿੰਨੀ ਹੀ ਜਨਸੰਖਿਆ ਗੁਣਵੱਤਾ ਹੋਊਗੀ ਉਹਦੇ ਵਿੱਚ ਜਾਂ ਕੌਸ਼ਲ ਹੋਣਗੇ, ਉਹਦੇ ਵਿੱਚ ਆਪਣੇ ਕੰਮ ਦੇ ਵਿੱਚ ਨਿਪੁੰਨ ਹੋਊਗੀ, ਪੜ੍ਹੇ ਲਿਖੇ ਹੋਣਗੇ, ਓਨਾ ਹੀ ਉਹ ਦੇਸ਼ ਆ ਉਹ ਤਰੱਕੀ ਕਰੂਗਾ। ਜਿਹੜੇ ਵਿਕਸਿਤ ਦੇਸ਼ ਨੇ ਬੱਚਿਓ ਉਹਨਾਂ ਦੇ ਵਿੱਚ ਜਿਹੜੀ ਜਨਸੰਖਿਆ ਹੈ ਉਹ ਨਿਪੁੰਨ ਮੰਨੀ ਜਾਂਦੀ ਹੈ। ਅਨਪੜ੍ਹ ਅਤੇ ਅਸਵਸਥ ਜਨਸੰਖਿਆ ਅਰਥ ਵਿਵਸਥਾ ਲਈ ਦੇਣਦਾਰੀ ਹੈ। ਜਿੰਨੀ ਅਨਪੜ੍ਹ ਲੋਕ ਹੋਣਗੇ ਜਾਂ ਜਿੰਨੇ ਅਸਵਸਥ ਭਾਵ ਸਿਹਤ ਪੱਖੋਂ ਕਮਜ਼ੋਰ ਲੋਕ ਹੋਣਗੇ ਉਹ ਸਾਡੇ ਦੇਸ਼ ਦੇ ਲਈ ਬੱਚਿਓ ਦੇਣਦਾਰੀ ਬਣ ਜਾਂਦੇ ਨੇ। ਜਦ ਕਿ ਪੜ੍ਹੀ ਲਿਖੀ ਅਤੇ ਸਿਹਤਮੰਦ ਜਨਸੰਖਿਆ ਕੀ ਹੁੰਦੀ ਹੈ ਦੇਸ਼ ਦੇ ਲਈ? ਪਰ ਸੰਪੱਤੀ ਹੁੰਦੀ ਹੈ, ਦੇਸ਼ ਦੀ ਪੂੰਜੀ ਹੁੰਦੀ ਹੈ, ਜਿਹੜੀ ਕਿ ਦੇਸ਼ ਦੀ ਰਾਸ਼ਟਰੀ ਆਮਦਨ ਅਤੇ ਰਾਸ਼ਟਰੀ ਉਤਪਾਦ ਦੇ ਵਿੱਚ ਵਾਧਾ ਕਰਦੀ ਹੈ। ਭਾਰਤ ਦੀਆਂ 5 ਸਾਲਾ ਯੋਜਨਾਵਾਂ ਦੌਰਾਨ ਵੀ ਜਨਸੰਖਿਆ ਦੀ ਗੁਣਵੱਤਾ ਨੂੰ ਸੁਧਾਰਨ ਲਈ ਵਿੱਚ ਬਹੁਤ ਧਿਆਨ ਦਿੱਤਾ ਗਿਆ। ਇਹ 5 ਸਾਲਾ ਯੋਜਨਾ ਬਾਰੇ ਆਪਾਂ ਅੱਗੇ ਵੀ ਪੜ੍ਹਾਂਗੇ। ਅਗਲਾ ਸਾਡੇ ਕੋਲ ਟੌਪਿਕ ਹੈ ਸਿੱਖਿਆ। ਸਿੱਖਿਆ ਬੱਚਿਓ ਮਨੁੱਖ ਦੇ ਵਿਕਾਸ ਦੇ ਲਈ ਇੱਕ ਬਹੁਤ ਜ਼ਰੂਰੀ ਸਾਧਨ ਹੈ। ਨਵੀਆਂ ਇੱਛਾਵਾਂ ਪ੍ਰਦਾਨ ਕਰਦੀ ਹੈ ਸਿੱਖਿਆ, ਸਾਨੂੰ ਜ਼ਿੰਦਗੀ ਦੇ ਮੁੱਲਾਂ ਨੂੰ ਵਿਕਸਿਤ ਕਰਦੀ ਹੈ। ਸਿੱਖਿਆ ਨਾ ਕੇਵਲ ਇਕੱਲੇ ਮਨੁੱਖ ਲਈ ਸਗੋਂ ਸਮੁੱਚੇ ਸਮਾਜ ਦੇ ਵਿਕਾਸ ਦੇ ਵਿੱਚ ਹਿੱਸਾ ਪਾਉਂਦੀ ਹੈ। ਜਿਵੇਂ ਕਿ ਆਪਾਂ ਜਿਹੜਾ ਪਿਛਲਾ ਸਾਡਾ ਲੈਕਚਰ ਸੀਗਾ ਉਹਦੇ ਵਿੱਚ ਅਸੀਂ ਮਨਦੀਪ ਅਤੇ ਗੁਰਪ੍ਰੀਤ ਦੀ ਉਦਾਹਰਣ ਲਈ ਸੀ, ਜਿਹਦੇ ਵਿੱਚ ਜਿਹੜਾ ਮਨਦੀਪ ਹੈ ਉਹ ਇੱਕ ਚੰਗੇ ਸਕੂਲ ਦੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਅਤੇ ਉਸ ਤੋਂ ਬਾਅਦ ਉਹਨੇ ਹੋਰ ਅੱਗੇ ਕੋਰਸ ਕੀਤਾ। ਉਸ ਤੋਂ ਬਾਅਦ ਉਹਨੂੰ ਚੰਗਾ ਨਾਗਰਿਕ ਬਣਨ ਦੇ ਲਈ, ਚੰਗਾ ਪੈਸਾ ਕਮਾਉਣ ਦੇ ਲਈ ਸਿੱਖਿਆ ਨੇ ਉਹਦੀ ਹੈਲਪ ਕੀਤੀ ਅਤੇ ਉਹਨੂੰ ਬਾਅਦ ਦੇ ਵਿੱਚ ਨੌਕਰੀ ਵੀ ਮਿਲ ਗਈ, ਜਿਹਦੇ ਕਰਕੇ ਉਹਦੀ ਆਪਦੀ ਆਮਦਨ ਦੇ ਵਿੱਚ ਵਾਧਾ ਹੋਇਆ। ਉਹਦੀ ਜਿਹੜੀ ਘਰ ਦੀ ਹਾਲਤ ਸੀਗੀ ਉਹ ਵੀ ਠੀਕ ਹੋ ਗਈ। ਉਹਨੇ ਆਪਦੀ ਭੈਣ ਨੂੰ ਵੀ ਪੜ੍ਹਾ ਲਿਆ ਅਤੇ ਆਪਣੇ ਜਿਹੜੇ ਘਰ ਦੀ ਹਾਲਤ ਹੈ ਉਹਨੂੰ ਵੀ ਚੰਗਾ ਕਰ ਲਿਆ, ਅਤੇ ਜਿਹੜਾ ਕਰਜ਼ਾ ਵਗੈਰਾ ਲਿਆ ਹੋਇਆ ਸੀਗਾ ਉਹਨੂੰ ਵੀ ਮੋੜਤਾ। ਜਿਸ ਕਾਰਨ ਇਹ ਬੱਚਿਓ ਸਿੱਖਿਆ ਦੇ ਨਾਲ ਬੰਦੇ ਦੀ ਜਿਹੜੀ ਪ੍ਰਤੀ ਵਿਅਕਤੀ ਆਮਦਨ ਉਹ ਤਾਂ ਵੱਧਦੀ ਹੀ ਹੈ, ਇਹਦੇ ਨਾਲ ਬੱਚਿਓ ਰਾਸ਼ਟਰੀ ਆਮਦਨ ਦੇ ਵਿੱਚ ਵੀ ਵਾਧਾ ਹੁੰਦਾ, ਜਿਹਦੇ ਨਾਲ ਦੇਸ਼ ਦਾ ਆਰਥਿਕ ਵਿਕਾਸ ਹੁੰਦਾ। ਅੱਗੇ ਆਪਾਂ ਗੱਲ ਕਰਦੇ ਹਾਂ ਭਾਰਤ ਵਿੱਚ ਸਾਖਰਤਾ ਦਰ। ਸਾਖਰਤਾ ਦਰ ਦਾ ਮਤਲਬ ਤਾਂ ਤੁਸੀਂ ਜਾਣਦੇ ਹੀ ਹੋ ਬੱਚਿਓ ਕਿ ਕਿਸੇ ਦੇਸ਼ ਦੇ ਵਿੱਚ ਕਿੰਨੇ ਕੁ ਲੋਕ ਪੜ੍ਹੇ ਲਿਖੇ ਨੇ, ਉਹਨਾਂ ਨੂੰ ਅਸੀਂ ਸਾਖਰ ਵਿਅਕਤੀ ਕਹਿੰਦੇ ਹਾਂ।
ਸੋ ਭਾਰਤ ਦੇ ਵਿੱਚ ਆਪਾਂ ਸਾਖਰਤਾ ਦਰ ਦੀ ਗੱਲ ਕਰਦੇ ਹਾਂ। ਜਿਹੜੀ ਭਾਰਤ ਦੇ ਵਿੱਚ ਸਾਖਰਤਾ ਦਰ ਹੈ ਉਹ ਰਾਜਾਂ ਦੇ ਵਾਈਜ਼ ਬਹੁਤ ਫਰਕ ਹੈ ਉਹਨਾਂ ਦੇ ਵਿੱਚ। ਜੇਕਰ ਅਸੀਂ ਜਨਗਣਨਾ 2011 ਦੀ ਰਿਪੋਰਟ ਦੇ ਅਨੁਸਾਰ ਦੇਖੀਏ ਤਾਂ ਭਾਰਤ ਦੀ ਜਿਹੜੀ ਕੁੱਲ ਸਾਖਰਤਾ ਦਰ ਹੈ ਉਹ 74% ਹੈ। 74% ਜਿਹੜੇ ਲੋਕ ਨੇ ਭਾਰਤ ਦੇ ਵਿੱਚ ਉਹ ਪੜ੍ਹੇ ਲਿਖੇ ਨੇ 2011 ਦੀ ਜਨਗਣਨਾ ਅਨੁਸਾਰ, ਜਿਸ ਵਿੱਚ ਪੁਰਸ਼ਾਂ ਦੀ ਜਿਹੜੀ ਸਾਖਰਤਾ ਹੈ ਉਹ 82.14% ਹੈ ਅਤੇ ਮਹਿਲਾਵਾਂ ਦੇ ਵਿੱਚ ਉਹ 65.46% ਜਿਹੜੀ ਸਾਖਰਤਾ ਦਰ ਹੈਗੀ ਆ। ਜੇਕਰ ਅਸੀਂ ਪੁਰਸ਼ਾਂ ਅਤੇ ਮਹਿਲਾਵਾਂ ਦੇ ਵਿੱਚ ਸਾਖਰਤਾ ਦਰ ਦਾ ਫਰਕ ਦੇਖੀਏ ਤਾਂ ਜਿਹੜੇ ਪੁਰਸ਼ ਨੇ ਉਹ ਮਹਿਲਾਵਾਂ ਦੇ ਮੁਕਾਬਲੇ 16.68% ਵੱਧ ਪੜ੍ਹੇ ਹੋਏ ਨੇ। ਇਸੇ ਤਰ੍ਹਾਂ ਹੀ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਜਿਹੜੇ ਪੇਂਡੂ ਖੇਤਰ ਨੇ ਉਹ ਸ਼ਹਿਰੀ ਖੇਤਰਾਂ ਨਾਲੋਂ ਪਿੱਛੇ ਨੇ। ਜਿਹੜੇ ਸ਼ਹਿਰੀ ਖੇਤਰ ਨੇ ਉਹ 16.1% ਦੇ ਜਿਹੜੇ ਕਰੀਬ ਨੇ ਉਹ ਪੇਂਡੂ ਖੇਤਰਾਂ ਨਾਲੋਂ ਵੱਧ ਪੜ੍ਹੇ ਲਿਖੇ ਨੇ, ਕਿਉਂਕਿ ਉੱਥੇ ਪੜ੍ਹਾਈ ਦੇ ਸਾਰੀਆਂ ਸਹੂਲਤਾਂ ਹੁੰਦੀਆਂ ਨੇ। ਕਾਲਜ, ਯੂਨੀਵਰਸਿਟੀਆਂ ਜਾਂ ਜਿਹੜੇ ਵੱਡੇ ਸਕੂਲ ਨੇ ਉਹ ਸ਼ਹਿਰਾਂ ਦੇ ਵਿੱਚ ਹੁੰਦੇ ਨੇ। ਸੋ ਇਸ ਕਰਕੇ ਜਿਹੜੀ ਉੱਥੋਂ ਦੀ ਜਿੰਨੀ ਜਨਸੰਖਿਆ ਉਹ ਸ਼ਹਿਰਾਂ ਪਿੰਡਾਂ ਨਾਲੋਂ ਜ਼ਿਆਦਾ ਪੜ੍ਹੀ ਲਿਖੀ ਹੁੰਦੀ ਆ। ਸਭ ਤੋਂ ਜ਼ਿਆਦਾ ਸਾਖਰਤਾ ਦਰ ਦੀ ਜੇ ਅਸੀਂ ਗੱਲ ਕਰੀਏ ਰਾਜ ਵਾਈਜ਼ ਤਾਂ ਕੇਰਲਾ ਜਿਹੜਾ ਹੈ ਉੱਥੇ ਦੇ ਜਿਹੜੇ ਲੋਕ ਨੇ ਸਭ ਤੋਂ ਵੱਧ ਪੜ੍ਹੇ ਲਿਖੇ ਨੇ। ਉੱਥੋਂ ਦੇ ਜਿਹੜੇ ਤਕਰੀਬਨ 93.9% ਜਿਹੜੇ ਲੋਕ ਨੇ ਕੇਰਲਾ ਦੇ ਵਿੱਚ ਬੱਚੇ ਉਹ ਪੜ੍ਹੇ ਲਿਖੇ ਨੇ। ਅਤੇ ਜਦੋਂ ਅਸੀਂ ਘੱਟ ਸਾਖਰਤਾ ਦਰ ਦੀ ਗੱਲ ਕਰਦੇ ਜਿਹੜਾ ਬਿਹਾਰ ਹੈ ਉਹ ਬੱਚੇ ਜਿਹੜਾ ਰਾਜ ਹੈ ਉਹ ਸਭ ਤੋਂ ਘੱਟ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਹੈ। 63.8% ਜਿਹੜੇ ਲੋਕ ਨੇ ਉੱਥੇ ਸਾਖਰ ਮੰਨੇ ਗਏ ਨੇ। ਜਦੋਂ ਅਸੀਂ ਪੰਜਾਬ ਦੀ ਸਾਖਰਤਾ ਦਰ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਬੱਚੇ 75.84% ਜਿਹੜੀ ਸਾਖਰਤਾ ਦਰ ਹੈ ਅਤੇ ਪੁਰਸ਼ਾਂ ਦੀ ਜਿਹੜੀ ਸਾਖਰਤਾ ਦਰ ਬੱਚੇ ਉਹ 80.44% ਅਤੇ ਮਹਿਲਾਵਾਂ ਦੀ ਸਾਖਰਤਾ ਦਰ 70.73% ਹੈ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀ ਔਰਤਾਂ ਅਤੇ ਮਰਦਾਂ ਦੀ ਜਿਹੜੀ ਸਾਖਰਤਾ ਦਰ ਉਹਦੇ ਵਿੱਚ ਫਰਕ ਪਾਇਆ ਜਾਂਦਾ। ਇਹ ਬੱਚੇ ਗ੍ਰਾਫ ਬਣਿਆ ਹੋਇਆ ਸਾਖਰਤਾ ਦਰ ਦਾ। ਪਹਿਲਾਂ 1951 ਦੀ ਜਿਹੜੀ ਜਨਗਣਨਾ ਹੋਈ ਸੀ, 10 ਸਾਲ ਬਾਅਦ ਆਪਾਂ ਨੂੰ ਪਤਾ ਜਿਹੜੀ ਜਨਗਣਨਾ ਹੁੰਦੀ ਆ ਉਹਦੇ ਵਿੱਚ ਜਿਹੜੀ ਭਾਰਤ ਦੀ ਸਾਖਰਤਾ ਦਰ ਉਹ ਦਰਸਾਈ ਗਈ ਹੈ। ਸਾਰੀਆਂ ਹੀ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਗ੍ਰੀਨ ਜਿਹੜਾ ਗ੍ਰੀਨ ਤੁਹਾਨੂੰ ਲਾਈਨ ਦਿਖ ਰਹੀ ਹੈ ਇਹਦੇ ਵਿੱਚ ਇਸਤਰੀਆਂ ਦੀ ਜਿਹੜੀ ਸਾਖਰਤਾ ਦਰ ਹੈ ਅਤੇ ਰੈੱਡ ਦੇ ਵਿੱਚ ਪੁਰਸ਼ਾਂ ਦੀ ਹੈ। ਪੁਰਸ਼ਾਂ ਦੀ ਹਮੇਸ਼ਾ ਹੀ ਸਾਖਰਤਾ ਦਰ ਜਿਹੜੀ ਉਹ ਵੱਧ ਰਹੀ ਹੈ। ਅੱਗੇ ਗ੍ਰਾਫ ਤੋਂ ਬੱਚੇ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਭਾਰਤ ਨੇ ਬਹੁਤ ਵਿਕਾਸ ਕੀਤਾ ਹੈ। ਪਹਿਲਾਂ ਜਿਹੜੀ 1951 ਦੇ ਵਿੱਚ ਪਹਿਲੀ ਜਨਗਣਨਾ ਹੋਈ ਸੀ ਉਹਦੇ ਵਿੱਚ ਜਿਹੜੀ ਸਾਖਰਤਾ ਦਰ ਸੀ ਘੱਟ ਸੀਗੀ। ਹੌਲੀ ਹੌਲੀ ਜਿਹੜੀਆਂ 5 ਸਾਲਾਂ ਯੋਜਨਾਵਾਂ ਸੀਗੀਆਂ ਜਿਹੜੀਆਂ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਨੇ, ਜਿਹੜੀਆਂ ਕਿ ਸਰਕਾਰ 5 ਸਾਲਾਂ ਦੇ ਲਈ ਜਿਹੜੀਆਂ ਲਾਗੂ ਕਰਦੇ ਨੇ ਉਹਦੇ ਵਿੱਚ ਜਿਹੜੀਆਂ ਨੇ ਉਹਨਾਂ ਨੇ ਸਿੱਖਿਆ ਅਤੇ ਖਰਚਾ ਜਿਹੜਾ ਉਹ ਕਰਨਾ ਸ਼ੁਰੂ ਕਰਤਾ। ਪਹਿਲੀ ਜਿਹੜੀ 5 ਸਾਲਾ ਯੋਜਨਾ ਸੀ ਬੱਚੇ ਉਹਦੇ ਵਿੱਚ ਸਰਕਾਰ ਨੇ 151 ਕਰੋੜ ਰੁਪਏ ਸਾਡੀ ਸਿੱਖਿਆ ਦੇ ਖਰਚ ਕਰਨ ਦਾ ਜਿਹੜਾ ਉਹ ਬਜਟ ਰੱਖਿਆ ਸੀਗਾ। ਜਦ ਕਿ ਜਦੋਂ 11ਵੀਂ 5 ਸਾਲਾ ਯੋਜਨਾ ਆਈ ਆ ਤਾਂ 3766.90 ਕਰੋੜ ਰੁਪਏ ਜਿਹੜਾ ਸਿੱਖਿਆ ਸੰਸਥਾਵਾਂ ਲਈ ਖਰਚ ਕੀਤੇ ਗਏ ਨੇ। ਸੋ ਇਸ ਤਰ੍ਹਾਂ ਬੱਚਿਓ ਆਪਾਂ ਦੇਖਦੇ ਹਾਂ ਕਿ ਸਰਕਾਰ ਨੇ ਇਸ ਗੱਲ ਵੱਲ ਖਾਸ ਧਿਆਨ ਦਿੱਤਾ ਕਿ ਜਿਹੜੀ ਸਿੱਖਿਆ ਹੈ ਉਹ ਸਾਡੇ ਦੇਸ਼ ਦੇ ਲਈ ਕਿੰਨੀ ਜ਼ਰੂਰੀ ਆ, ਤਾਂ ਉਹਨਾਂ ਨੇ ਜਿਹੜੇ ਖਰਚ ਹੈ ਉਹ ਸਿੱਖਿਆ 'ਤੇ ਲਾਉਣਾ ਜਿਹੜਾ ਸ਼ੁਰੂ ਕਰਤਾ। ਇਸ ਅਵਧੀ ਦੇ ਦੌਰਾਨ ਬੱਚਿਓ ਸਿੱਖਿਆ ਸੰਸਥਾਵਾਂ ਦੀ ਜਿਹੜੀ ਸੰਖਿਆ ਉਹ 4 ਗੁਣਾ ਵਧੀ ਹੈ ਅਤੇ ਵਿਦਿਆਰਥੀ ਦੀ ਸੰਖਿਆ ਵੀ 5 ਗੁਣਾ ਵਧੀ ਹੈ, ਜਿਹਦੇ ਕਰਕੇ ਜਿਹੜੀ ਸਾਡੀ ਸਾਖਰਤਾ ਦਰ ਹੈ ਉਹਦਾ ਵੀ ਜਿਹੜਾ ਹਾਲਤ ਜਿਹੜੀ ਕਾਫੀ ਸੁਧਰ ਗਈ ਹੈ। ਭਾਰਤ ਦੇ ਲਗਭਗ 5 ਲੱਖ ਪਿੰਡਾਂ ਵਿੱਚ ਪ੍ਰਾਇਮਰੀ ਸਕੂਲਾਂ ਦਾ ਵਿਸਤਾਰ ਹੋਇਆ ਹੈ। 11ਵੀਂ 5 ਸਾਲਾ ਯੋਜਨਾਵਾਂ ਦੇ ਦੌਰਾਨ ਸਰਵ ਸਿੱਖਿਆ ਅਭਿਆਨ ਅਧੀਨ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਾਜ਼ਮੀ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨਾ ਇੱਕ ਮਹੱਤਵਪੂਰਨ ਕਦਮ ਹੈਗਾ। ਅੱਗੇ ਬੱਚਿਓ ਇਸੇ ਦੇ ਤਹਿਤ ਬੱਚਿਓ ਮਿਡ ਡੇ ਮੀਲ ਵੀ ਦਿੱਤਾ ਜਾਂਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਹਿਲੇ ਤੋਂ 8ਵੀਂ ਤੱਕ ਮਿਡ ਡੇ ਮੀਲ ਹੈ ਜਿਹੜਾ ਉਹ ਆਪਣੇ ਸਕੂਲਾਂ ਦੇ ਵਿੱਚ ਦਿੱਤਾ ਜਾਂਦਾ ਹੈ। ਇਹ ਵੀ 5 ਸਾਲਾਂ ਯੋਜਨਾਵਾਂ ਦਾ ਹੀ ਦੇਣ ਹੈ। ਇਹਦੇ ਨਾਲ ਬੱਚਿਓ ਜਿਹੜਾ ਇਹ ਮਿਡ ਡੇ ਮੀਲ ਹੈ ਇਹਦੇ ਨਾਲ ਸਾਡੇ ਜਿਹੜੇ ਬੱਚੇ ਨੇ ਉਹ ਕੁਪੋਸ਼ਣ ਦੀ ਜਿਹੜੀ ਉਹਨਾਂ ਨੂੰ ਬਿਮਾਰੀ ਸੀਗੀ ਜਾਂ ਜਿਹੜੇ ਬੱਚਿਆਂ ਨੂੰ ਆਪਾਂ ਕਹਿ ਦਈਏ ਵੀ ਖਾਣਾ ਵੀ ਨਹੀਂ ਸੀ ਮਿਲਦਾ 3 ਟਾਈਮ ਦਾ, ਤਾਂ ਇਹ ਜਿਹੜਾ ਮਿਡ ਡੇ ਮੀਲ ਹੈ ਉਹਨਾਂ ਦੇ ਲਈ ਬਹੁਤ ਲਾਹੇਵੰਦ ਹੋਇਆ, ਜਿਹਦੇ ਨਾਲ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਵਧੀਆ ਹੋਈ ਹੈ ਅਤੇ ਤਾਂ ਕਿ ਉਹ ਜਿਹੜੀ ਆਪਣੀ ਪੜ੍ਹਾਈ ਆ ਵੀ ਉਹ ਵੀ ਚੰਗੀ ਤਰ੍ਹਾਂ ਕਰ ਸਕਣ। ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਦੇ ਲਈ ਹਰੇਕ ਜ਼ਿਲ੍ਹੇ ਦੇ ਵਿੱਚ ਨਵੋਦਿਆ ਸਕੂਲ ਖੋਲ੍ਹੇ ਗਏ ਨੇ। ਹਾਈ ਸਕੂਲ ਦੇ ਬਹੁਤ ਸਾਰੇ ਵਿਦਿਆਰਥੀ ਨੂੰ ਸਵੈ ਰੋਜ਼ਗਾਰ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਬਹੁਤ ਸਾਰੇ ਕਿੱਤਾ ਮੁਖੀ ਜਿਹੜੇ ਕੋਰਸ ਨੇ ਉਹ ਸ਼ੁਰੂ ਕੀਤੇ ਗਏ ਨੇ। ਸੋ ਇਹ ਸਾਰੀਆਂ ਬੱਚੇ ਯੋਜਨਾਵਾਂ ਨੇ ਜਿਹੜੀਆਂ ਇਹ ਭਾਰਤ ਦੇ ਵਿੱਚ ਸਾਖਰਤਾ ਦਰ ਨੂੰ ਹੋਰ ਵਧਾਉਣ ਦੇ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ। ਅੱਗੇ ਬੱਚਿਓ ਆਪਾਂ ਗੱਲ ਕਰਦੇ ਹਾਂ ਸਿਹਤ ਦੀ।
ਸਿਹਤ ਬੱਚਿਓ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਸਿਹਤ ਦੇ ਨਾਲ ਹੀ ਬੰਦੇ ਦੀ ਕੰਮ ਕਰਨ ਦੀ ਜਿਹੜੀ ਯੋਗਤਾ ਹੈ ਉਹ ਨਿਰਧਾਰਿਤ ਕੀਤੀ ਜਾਂਦੀ ਹੈ। ਉਹਦੀ ਜਿਹੜੀ, ਜੇ ਸਾਡੀ ਸਿਹਤ ਵਧੀਆ ਹੋਊਗੀ ਤਾਂ ਅਸੀਂ ਕੰਮ ਵੀ ਵਧੀਆ ਕਰਾਂਗੇ, ਅਸੀਂ ਪੜ੍ਹਾਈ ਵੀ ਵਧੀਆ ਤਰੀਕੇ ਦੇ ਨਾਲ ਕਰਾਂਗੇ। ਸੋ ਸਿਹਤ ਸਾਡੇ ਦੇ ਲਈ ਬਹੁਤ ਜ਼ਰੂਰੀ ਹੈ। ਜਿਹੜੀ ਮਨੁੱਖ ਦੀ ਕੰਮ ਕਰਨ ਦੀ ਯੋਗਤਾ ਹੈ, ਸਮਰੱਥਾ, ਉਹਦੀ ਸਿਹਤ 'ਤੇ ਨਿਰਭਰ ਕਰਦੀ ਹੈ। ਜਦੋਂ ਮਨੁੱਖ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਹੁੰਦਾ ਹੈ ਤਾਂ ਉਹਦੀ ਸਿਹਤ ਵੀ ਚੰਗੀ ਹੁੰਦੀ ਹੈ। ਸਿਹਤ ਦੇ ਲਈ ਆਪਾਂ ਇੱਕ ਉਦਾਹਰਨ ਦੀ ਗੱਲ ਕਰਦੇ ਹਾਂ ਕਿ ਸਿਹਤ ਸਾਡੇ ਲਈ ਕਿੰਨੀ ਕੁ ਜ਼ਰੂਰੀ ਹੈ। ਗੌਰਵ ਅਤੇ ਰਵੀ ਦੋਨੋਂ ਇੱਕ ਫਰਮ ਦੇ ਲੇਖਾ ਵਿਭਾਗ ਵਿੱਚ ਕੰਮ ਕਰਦੇ ਨੇ। ਗੌਰਵ ਅਤੇ ਰਵੀ ਦੋਨੋਂ ਹੀ ਇੱਕ ਜਗ੍ਹਾ 'ਤੇ ਕੰਮ ਕਰ ਰਹੇ ਨੇ। ਜਿਹੜਾ ਗੌਰਵ ਹੈ ਉਹ ਸਰੀਰਕ ਪੱਖੋਂ ਤੰਦਰੁਸਤ ਹੈ। ਰਵੀ ਜੋੜਾਂ ਦੇ ਦਰਦ ਭਾਵ ਜਿਹੜਾ ਗਠੀਆ ਉਹਦਾ ਮਰੀਜ਼ ਹੈ। ਰਵੀ ਨੂੰ ਬਾਰ-ਬਾਰ ਡਾਕਟਰ ਕੋਲ ਜਾਣ ਵਾਸਤੇ ਫਰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਰਵੀ ਦੀ ਕਮਜ਼ੋਰ ਸਿਹਤ ਕਰਕੇ ਫਰਮ ਨੂੰ ਘਾਟਾ ਪੈਂਦਾ, ਕਿਉਂਕਿ ਉਸਦੀ ਕਮਜ਼ੋਰ ਸਿਹਤ ਨੇ ਉਸਦੀ ਕੰਮ ਕਰਨ ਦੀ ਯੋਗਤਾ ਨੂੰ ਘਟਾ ਦਿੱਤਾ। ਇਸ ਤਰ੍ਹਾਂ ਉਹ ਫਰਮ ਲਈ ਦੇਣਦਾਰੀ ਬਣ ਗਿਆ। ਭਾਵ ਕਿ ਜਿਹੜਾ ਰਵੀ ਹੈ ਉਹਦੀ ਸਿਹਤ ਠੀਕ ਨਹੀਂ ਰਹਿੰਦੀ, ਇਸ ਕਰਕੇ ਉਹ ਛੁੱਟੀਆਂ ਵੱਧ ਮਾਰ ਰਿਹਾ ਅਤੇ ਉਹ ਉਹਨਾਂ ਕੰਮ ਨਹੀਂ ਕਰ ਪਾ ਰਿਹਾ। ਸੋ ਇਸ ਕਰਕੇ ਉਹ ਇੱਕ ਦੇਣਦਾਰੀ ਬਣਿਆ ਹੋਇਆ ਉਸ ਫਰਮ ਦੇ ਲਈ। ਇਹਦੇ ਉਲਟ ਜਿਹੜਾ ਗੌਰਵ ਹੈ ਉਹਦੀ ਸਿਹਤ ਠੀਕ ਹੈ, ਉਹ ਸਾਰਾ ਦਿਨ ਕੰਮ ਕਰਦਾ ਅਤੇ ਹਰ ਰੋਜ਼ ਕੰਮ 'ਤੇ ਜਾਂਦਾ, ਜਿਹਦੇ ਇਨਾਮ ਵਜੋਂ ਉਹਨੂੰ ਤਰੱਕੀ ਵੀ ਮਿਲਦੀ ਹੈ। ਅਤੇ ਗੌਰਵ ਦੀ ਚੰਗੀ ਸਿਹਤ ਨੇ ਫਰਮ ਦੀ ਕੁੱਲ ਉਤਪਾਦਕਤਾ ਵਿੱਚ ਵਾਧਾ ਕੀਤਾ, ਜਿਸ ਨੇ ਅਰਥ ਵਿਵਸਥਾ ਦੇ ਵਾਧੇ ਵਿੱਚ ਵੀ ਹਿੱਸਾ ਪਾਇਆ। ਸੋ ਇਸ ਤਰ੍ਹਾਂ ਵਿੱਚ ਅਸੀਂ ਇਸ ਉਦਾਹਰਨ ਤੋਂ ਇਹ ਜਾਣਿਆ ਕਿ ਜੇਕਰ ਸਾਡੀ ਸਿਹਤ ਵਧੀਆ ਹੋਊਗੀ, ਅਸੀਂ ਓਨਾ ਹੀ ਵਧੀਆ ਕੰਮ ਕਰਾਂਗੇ, ਅਸੀਂ ਓਨੇ ਹੀ ਵਧੀਆ ਤਰੀਕੇ ਦੇ ਨਾਲ ਕੰਮ ਕਰਾਂਗੇ, ਸਾਡੀ ਆਪਦੀ ਪ੍ਰਤੀ ਵਿਅਕਤੀ ਆਮਦਨ ਤਾਂ ਵਧੂਗੀ ਅਤੇ ਨਾਲ ਹੀ ਅਸੀਂ ਰਾਸ਼ਟਰੀ ਆਮਦਨ ਦੇ ਵਿੱਚ ਵੀ ਵਾਧਾ ਕਰਾਂਗੇ, ਜਿਹਨੇ ਕਿ ਸਾਡੇ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹਨੂੰ ਵੀ ਸੁਧਾਰਨਾ। ਅੱਗੇ ਬੱਚਿਓ ਆਪਾਂ ਗੱਲ ਕਰਦੇ ਹਾਂ ਬੇਰੁਜ਼ਗਾਰੀ ਦੀ। ਸਭ ਤੋਂ ਪਹਿਲਾਂ ਬੱਚਿਓ ਅਸੀਂ ਸਮਝਣਾ ਕਿ ਬੇਰੁਜ਼ਗਾਰੀ ਕੀ ਹੁੰਦੀ ਹੈ। ਬੇਰੁਜ਼ਗਾਰੀ, ਜਿਹਨੂੰ ਇੰਗਲਿਸ਼ 'ਚ ਅਨਇੰਪਲੋਇਮੈਂਟ ਕਹਿੰਦੇ ਨੇ ਬੱਚਿਓ, ਬੇਰੁਜ਼ਗਾਰੀ ਉਹ ਸਥਿਤੀ ਹੈ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ 'ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਨਹੀਂ ਮਿਲਦਾ। ਸੌਖੇ ਸ਼ਬਦਾਂ ਦੇ ਵਿੱਚ ਜੇ ਮੈਂ ਕਹਾਂ ਕਿ ਜਦੋਂ ਅਸੀਂ ਕੰਮ ਕਰਨਾ ਚਾਹ ਰਹੇ ਹਾਂ ਪਰ ਸਾਨੂੰ ਕੰਮ ਨਹੀਂ ਮਿਲਦਾ ਜਾਂ ਸਾਨੂੰ ਘੱਟ ਪੈਸੇ ਦੇ ਕੰਮ ਮਿਲ ਰਿਹਾ। ਮੰਨ ਲਓ ਆਪਾਂ ਇਹ ਕਹਿ ਦਈਏ ਕਿ ਲੇਬਰ ਦਾ ਰੇਟ ਤਾਂ ਚੱਲ ਰਿਹਾ 400 ਰੁਪਇਆ, ਤਾਂ ਸਾਨੂੰ ਕੰਮ ਤਾਂ ਮਿਲ ਰਿਹਾ ਪਰ ਸਾਨੂੰ 200 ਰੁਪਏ 'ਤੇ ਮਿਲ ਰਿਹਾ। ਮਤਲਬ ਸਾਨੂੰ ਪੂਰੀ ਜਿਹੜੀ ਮਿਹਨਤ ਹੈ ਨਾ ਸਾਡਾ ਉਹ ਨਹੀਂ ਮਿਲ ਰਿਹਾ, ਜਾਂ ਸਾਨੂੰ ਕੰਮ ਮਿਲ ਹੀ ਨਹੀਂ ਰਿਹਾ। ਇਸ ਸਥਿਤੀ ਨੂੰ ਬੱਚਿਓ ਅਸੀਂ ਕੀ ਕਹਾਂਗੇ? ਬੇਰੁਜ਼ਗਾਰੀ ਕਹਾਂਗੇ। ਕਿ ਜਦੋਂ ਅਸੀਂ ਮਜ਼ਦੂਰੀ ਕਰਨ ਦੇ ਇੱਛੁਕ ਹੈਗੇ ਹਾਂ ਪਰ ਸਾਨੂੰ ਚੱਲ ਰਹੀ ਜਾਂ ਮੌਜੂਦਾ ਮਜ਼ਦੂਰੀ ਦੀ ਦਰ 'ਤੇ ਕੰਮ ਨਹੀਂ ਮਿਲਦਾ, ਤਾਂ ਅਸੀਂ ਕੀ ਕਹਾਂਗੇ? ਬੇਰੁਜ਼ਗਾਰੀ। ਤਾਂ ਇਸਨੂੰ ਅਸੀਂ ਕੀ ਕਹਾਂਗੇ ਕਿ ਇੱਕ ਬੰਦਾ ਜਿਹੜਾ ਉਹ ਕੀ ਆ? ਬੇਰੁਜ਼ਗਾਰ ਹੈ, ਉਹਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਉਦਾਹਰਨ ਦੀ ਆਪਾਂ ਗੱਲ ਕਰਦੇ ਹਾਂ ਕਿ ਮਨਦੀਪ ਦੀ ਮਾਤਾ ਘਰ ਦਾ ਕੰਮਕਾਜ ਅਤੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਮਨਦੀਪ ਦੀ ਭੈਣ ਹਰਪ੍ਰੀਤ ਅਤੇ ਗੁਰਪ੍ਰੀਤ ਦਾ ਭਰਾ ਜੀਤੂ ਆਪਣਾ ਸਮਾਂ ਖੇਡਣ ਅਤੇ ਘੁੰਮਣ ਫਿਰਨ ਵਿੱਚ ਗੁਜ਼ਾਰਦੇ ਨੇ। ਕੀ ਅਸੀਂ ਮਨਦੀਪ ਦੀ ਮਾਤਾ ਹਰਪ੍ਰੀਤ ਅਤੇ ਜੀਤੂ ਨੂੰ ਬੇਰੁਜ਼ਗਾਰ ਕਹਿ ਸਕਦੇ ਹਾਂ? ਹਾਂਜੀ ਬੱਚਿਓ, ਆਪਾਂ ਜਿਹੜੀ ਮਨਦੀਪ ਦੀ ਮਾਤਾ ਹਰਪ੍ਰੀਤ ਅਤੇ ਜੀਤੂ ਨੂੰ ਬੇਰੁਜ਼ਗਾਰ ਨਹੀਂ ਕਹਿ ਸਕਦੇ। ਕਿਉਂ? ਕਿਉਂਕਿ ਉਹਨਾਂ ਦੀ ਆਪਣੀ ਕੋਈ ਇੱਛਾ ਨਹੀਂ ਹੈਗੀ ਕਿ ਉਹ ਬਾਹਰ ਜਾ ਕੇ ਕੰਮ ਕਰਨ। ਜਾਂ ਹਰਪ੍ਰੀਤ ਅਤੇ ਜੀਤੂ ਦੀ ਅਸੀਂ ਗੱਲ ਕਰੀਏ, ਉਹ ਬਹੁਤ ਛੋਟੇ ਨੇ ਕਿਉਂਕਿ ਉਹ ਕੰਮ ਕਰ ਹੀ ਨਹੀਂ ਸਕਦੇ। ਸੋ ਇਹ ਜਿਹੜੇ ਬੰਦੇ ਨੇ, ਇਹਨਾਂ ਦੀ ਆਪਾਂ ਗਿਣਤੀ ਕਿਰਤ ਸ਼ਕਤੀ ਦੇ ਵਿੱਚ ਨਹੀਂ ਕਰ ਸਕਦੇ। ਆਪਾਂ ਇਹਨਾਂ ਨੂੰ ਬੇਰੁਜ਼ਗਾਰ ਨਹੀਂ ਕਹਾਂਗੇ। ਬੇਰੁਜ਼ਗਾਰ ਜਿਹੜਾ ਬੰਦਾ ਹੈ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੀ ਉਮਰ 15 ਸਾਲ ਤੋਂ 59 ਸਾਲ ਦੇ ਵਿੱਚ ਹੁੰਦੀ ਹੈ, ਜਿਹੜੇ ਕੰਮ ਕਰਨ ਦੇ ਇੱਛੁਕ ਹੁੰਦੇ ਨੇ। ਇਸ ਉਮਰ ਵਰਗ ਤੋਂ ਜ਼ਿਆਦਾ ਉਮਰ ਵਾਲੇ ਬਜ਼ੁਰਗਾਂ ਨੂੰ, ਲੋਕਾਂ ਨੂੰ ਵੀ ਬੇਰੁਜ਼ਗਾਰ ਨਹੀਂ ਕਿਹਾ ਜਾਊਗਾ। ਮਤਲਬ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ, ਜੇਕਰ ਉਹ ਵਿਹਲੇ ਨੇ, ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਹੈਗਾ, ਤਾਂ ਉਹ ਬੇਰੁਜ਼ਗਾਰ ਨਹੀਂ ਹੈਗੇ, ਕਿਉਂਕਿ ਉਹਨਾਂ ਦੀ ਜਿਹੜੀ ਉਮਰ ਹੈ ਉਹ ਰੁਜ਼ਗਾਰ ਵਾਲੀ ਉਹ ਲੰਘ ਚੁੱਕੀ ਹੈ। ਭਾਰਤ ਸਰਕਾਰ ਦੇ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲੇ ਦੀ ਨੈਸ਼ਨਲ ਸੈਂਪਲ ਸਰਵੇ ਰਿਪੋਰਟ ਅਨੁਸਾਰ ਭਾਰਤ ਵਿੱਚ ਕੇਰਲ ਰਾਜ ਦੀ ਸਭ ਤੋਂ ਉੱਚੀ ਬੇਰੁਜ਼ਗਾਰੀ ਦਰ ਹੈ। ਸਭ ਤੋਂ ਸਾਡੇ ਜਿਹੜੇ ਰਾਜ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜੀ ਉੱਚੀ ਬੇਰੁਜ਼ਗਾਰੀ ਦਰ ਹੈ, ਸਭ ਤੋਂ ਵੱਧ ਜਿਹੜੇ ਬੇਰੁਜ਼ਗਾਰ ਨੇ ਵਿੱਚ ਉਹ ਕੇਰਲ ਰਾਜ ਦੇ ਵਿੱਚ ਪਾਏ ਜਾਂਦੇ ਨੇ, ਜਿੱਥੇ ਅਸੀਂ ਪੜ੍ਹਿਆ ਸੀ ਕਿ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਨੇ। ਅਤੇ ਰਾਜਸਥਾਨ ਅਤੇ ਗੁਜਰਾਤ ਰਾਜਾਂ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਹੈ। ਦਸੰਬਰ 2011 ਵਿੱਚ ਭਾਰਤ ਦੀ ਬੇਰੁਜ਼ਗਾਰੀ ਦਰ 3.80% ਸੀ, ਜੋ ਕਿ ਸਭ ਤੋਂ ਘੱਟ ਸੀ। ਭਾਰਤ ਦੀ ਜਿਹੜੀ ਬੇਰੁਜ਼ਗਾਰੀ ਦਰ ਆ ਉਹ 3.80% ਸੀ। ਔਰਤਾਂ ਦੀ ਬੇਰੁਜ਼ਗਾਰੀ ਦਰ ਪੁਰਸ਼ਾਂ ਦੇ ਬਜਾਏ ਜ਼ਿਆਦਾ ਹੈ। ਔਰਤਾਂ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ ਉਹ ਜ਼ਿਆਦਾ ਪਾਈ ਜਾਂਦੀ ਹੈ।
ਕਿਉਂਕਿ ਉਹਨਾਂ ਨੂੰ ਇੱਕ ਤਾਂ ਕੰਮ ਕਰਨ ਦੇ ਮੌਕੇ ਘੱਟ ਮਿਲਦੇ ਨੇ, ਜਾਂ ਉਹਨਾਂ ਨੂੰ ਕਈ ਵਾਰੀ ਕੰਮ ਕਰਨ ਬਾਹਰ ਭੇਜਿਆ ਨਹੀਂ ਜਾਂਦਾ, ਜਾਂ ਉਹਨਾਂ ਨੂੰ ਮਰਦਾਂ ਦੇ ਬਰਾਬਰ ਤਨਖਾਹਾਂ ਜਾਂ ਲੇਬਰ ਨਹੀਂ ਦਿੱਤੀ ਜਾਂਦੀ, ਜਿਸ ਕਰਕੇ ਵੀ ਉਹ ਕੰਮ ਕਰਨ ਨੂੰ ਰਾਜੀ ਨਹੀਂ ਹੁੰਦੇ। ਸੋ ਔਰਤਾਂ ਦੀ ਜਿਹੜੀ ਬੇਰੁਜ਼ਗਾਰੀ ਦਾ ਦਰ ਹੈ ਉਹ ਪੁਰਸ਼ਾਂ ਦੇ ਬਜਾਏ ਜ਼ਿਆਦਾ ਹੈ। ਅੱਗੇ ਬੱਚਿਓ ਅਸੀਂ ਗੱਲ ਕਰਾਂਗੇ ਕਿ ਬੇਰੁਜ਼ਗਾਰੀ ਦੇ ਕਾਰਨ ਕੀ ਨੇ। ਕੋਈ ਬੰਦਾ ਬੇਰੁਜ਼ਗਾਰ ਕਿਉਂ ਹੁੰਦਾ ਹੈ? ਕਈ ਵਾਰੀ ਸਥਿਤੀਆਂ ਐਵੇਂ ਦੀਆਂ ਹੋ ਜਾਂਦੀਆਂ ਨੇ ਕਿ ਜਿਹੜਾ ਇੱਕ ਵਿਅਕਤੀ ਆ ਉਹ ਬੇਰੁਜ਼ਗਾਰ ਹੁੰਦਾ ਹੈ। ਉਹਦੇ ਆਪਾਂ ਕਾਰਨ ਦੇਖਦੇ ਹਾਂ। ਸਭ ਤੋਂ ਪਹਿਲਾ ਕਾਰਨ ਹੈ ਕਿ ਤੇਜ਼ੀ ਨਾਲ ਵੱਧਦੀ ਜਨਸੰਖਿਆ। ਆਪਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਜਨਸੰਖਿਆ ਹੈ ਉਹ ਜੇਕਰ ਅਸੀਂ ਹੁਣ ਦੇ ਹਿਸਾਬ ਨਾਲ ਦੇਖੀਏ ਤਾਂ ਸਾਡੀ ਜਿਹੜੀ ਜਨਸੰਖਿਆ ਹੈ ਉਹ 130 ਕਰੋੜ ਤੋਂ ਉੱਪਰ ਹੈ, 130 ਕਰੋੜ ਦੇ ਕਰੀਬ ਹੈ। ਤਾਂ ਇੰਨੀ ਜ਼ਿਆਦਾ ਜਨਸੰਖਿਆ ਹੋ ਗਈ, ਜਿਹਦੇ ਕਰਕੇ ਜਿਹੜੇ ਰੁਜ਼ਗਾਰ ਦੇ ਮੌਕੇ ਨੇ ਉਹ ਘਟਣੇ ਸ਼ੁਰੂ ਹੋ ਗਏ। ਜਿਸ ਹਿਸਾਬ ਦੇ ਨਾਲ ਸਾਡੀ ਜਨਸੰਖਿਆ ਵੱਧ ਰਹੀ ਹੈ ਉਸ ਹਿਸਾਬ ਦੇ ਨਾਲ ਜਿਹੜੇ ਸਾਡੇ ਦੇਸ਼ ਦੇ ਵਿੱਚ ਰੁਜ਼ਗਾਰ ਆ ਪੈਦਾ ਨਹੀਂ ਹੋ ਰਿਹਾ, ਜਿਹਦੇ ਕਰਕੇ ਜਿਹੜੀ ਬੇਰੁਜ਼ਗਾਰੀ ਵੱਧ ਰਹੀ ਹੈ। ਛੋਟੇ ਅਤੇ ਘਰੇਲੂ ਉਦਯੋਗਾਂ ਵਿੱਚ ਗਿਰਾਵਟ। ਪਹਿਲਾਂ ਬੱਚੇ ਕੀ ਹੁੰਦਾ ਸੀ, ਜਿਹੜੇ ਘਰੇਲੂ ਉਦਯੋਗ ਹੁੰਦੇ ਸੀਗੇ ਘਰਾਂ ਦੇ ਵਿੱਚ, ਜਿਹੜੇ ਲੋਕ ਕੰਮ ਕਰਦੇ ਹੁੰਦੇ ਸੀਗੇ, ਜਾਂ ਛੋਟੇ ਉਦਯੋਗ ਹੁੰਦੇ ਸੀਗੇ ਪਿੰਡਾਂ ਦੇ ਵਿੱਚ, ਉੱਥੇ ਵੀ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀਗਾ। ਪਰ ਉਸ ਤੋਂ ਬਾਅਦ ਬੱਚੇ ਕੀ ਹੋਇਆ, ਮਸ਼ੀਨੀ ਯੁੱਗ ਆ ਗਿਆ। ਜਿਹੜੇ ਛੋਟੇ ਅਤੇ ਘਰੇਲੂ ਉਦਯੋਗ ਸੀਗੇ ਉਹਨਾਂ ਦਾ ਪਤਨ ਹੋ ਗਿਆ। ਜਿਹੜੇ ਉੱਥੇ ਲੋਕ ਕੰਮ ਕਰਦੇ ਸੀਗੇ ਉਹ ਬੇਰੁਜ਼ਗਾਰ ਹੋ ਗਏ। ਅਗਲਾ ਪੁਆਇੰਟ ਹੈ ਸਾਡੇ ਕੋਲ ਖੇਤੀਬਾੜੀ ਦਾ ਮੌਸਮੀ ਕਿੱਤਾ ਬਣਨਾ। ਖੇਤੀਬਾੜੀ ਵਿੱਚ ਇੱਕ ਸਾਡੇ ਭਾਰਤ ਦੇ ਵਿੱਚ ਰੁਜ਼ਗਾਰ ਦਾ ਸਭ ਤੋਂ ਵੱਡਾ ਸਾਧਨ ਹੈ, ਪਰ ਇਹ ਜਿਹੜਾ ਖੇਤੀਬਾੜੀ ਇੱਕ ਮੌਸਮੀ ਕਿੱਤਾ ਬਣ ਗਿਆ। ਕਿਉਂਕਿ ਕੋਈ ਵੀ ਅਸੀਂ ਫਸਲ ਲਾਉਣੇ ਆ ਤਾਂ ਉਹਨੂੰ ਲਾਉਣ ਤੋਂ ਬਾਅਦ 2-4 ਮਹੀਨੇ ਜਿਹੜਾ ਉਹ ਫਸਲ ਹੈ ਉਹ ਪੱਕਣ ਨੂੰ ਸਮਾਂ ਲੈਂਦੀ ਆ। ਉਹ ਉਹਨਾਂ ਟਾਈਮ ਜਿਹੜਾ ਗੈਪ ਹੈ ਇਹਦੇ ਵਿੱਚ, ਉਹਨਾਂ ਟਾਈਮ ਜਿਹੜਾ ਇਹ ਬੰਦਾ ਉਹ ਕੋਈ ਰੁਜ਼ਗਾਰ ਨਹੀਂ ਕਰਦਾ, ਕਿਉਂਕਿ ਖੇਤੀਬਾੜੀ ਦੇ ਵਿੱਚ ਵਢਾਈ ਜਾਂ ਕਟਾਈ ਵੇਲੇ ਜਾਂ ਬੀਜਣ ਵੇਲੇ ਹੀ ਜਿਹੜੀ ਆਪਾਂ ਕਹਿ ਦਈਏ ਵੀ ਰੁਜ਼ਗਾਰ ਲੋਕਾਂ ਨੂੰ ਮਿਲਦਾ। ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹ ਫ੍ਰੀ ਹੀ ਰਹਿੰਦੇ ਨੇ। ਅਗਲਾ ਪੁਆਇੰਟ ਹੈ ਸਾਡੇ ਕੋਲ ਮਸ਼ੀਨੀ ਯੁੱਗ। ਹਾਂਜੀ ਬੱਚਿਓ, ਅੱਜ ਕੱਲ੍ਹ ਜਿਹੜਾ ਯੁੱਗ ਹੈ ਉਹ ਮਸ਼ੀਨੀ ਯੁੱਗ ਆ ਗਿਆ। ਹੱਥਾਂ ਦੇ ਨਾਲ ਬਹੁਤ ਘੱਟ ਕੰਮ ਹੁੰਦੇ ਨੇ। ਸੋ ਮਸ਼ੀਨਾਂ ਦੇ ਆਉਣ ਦੇ ਨਾਲ ਇੱਕ ਤਾਂ ਵਿਅਕਤੀਆਂ ਦੀ ਜਿਹੜੀ ਤਾਦਾਦ ਸੀ ਜਾਂ ਵਿਅਕਤੀ ਦੀ ਜਿਹੜੀ ਗਿਣਤੀ ਸੀ ਉਹ ਘੱਟ ਗਈ। ਜਿੱਥੇ ਪਹਿਲਾਂ ਕੋਈ ਕੰਮ 5 ਤੋਂ 10 ਬੰਦਿਆਂ ਦੇ ਨਾਲ ਹੁੰਦਾ ਸੀਗਾ, ਉਹ ਹੁਣ ਇੱਕ ਮਸ਼ੀਨ ਦੇ ਨਾਲ ਹੋਣ ਲੱਗ ਗਿਆ। ਜਿਵੇਂ ਕਿ ਅਸੀਂ ਕੱਪੜਾ ਮਿੱਲਾਂ ਦੇ ਵਿੱਚ ਦੇਖ ਲੈਂਦੇ ਹਾਂ ਕਿ 100 ਬੰਦੇ ਦਾ ਕੰਮ ਇੱਕ ਮਸ਼ੀਨ ਕਰੀ ਜਾ ਰਹੀ ਆ। ਉਸ ਚੀਜ਼ ਨੇ ਕੀ ਕੀਤਾ, ਜਿਹੜੇ ਉਹ ਬਾਕੀ ਬੰਦੇ ਸੀਗੇ ਉਹਨਾਂ ਨੂੰ ਵਿਹਲਾ ਕਰਤਾ, ਕਿਉਂਕਿ ਮਸ਼ੀਨ ਤਾਂ ਕਈ ਵਾਰੀ ਇੱਕ ਬੰਦਾ ਹੀ ਚਲਾ ਸਕਦਾ ਜਾਂ ਇੱਕ ਬੰਦੇ ਦੀ ਵੀ ਲੋੜ ਨਹੀਂ ਪੈਂਦੀ। ਅਤੇ ਹੋਰ ਵੀ ਬਹੁਤ ਸਾਰੇ ਕਾਰਨ ਨੇ ਕਿ ਜਿਸ ਤਰ੍ਹਾਂ ਜਿਹੜੀਆਂ ਮਸ਼ੀਨਾਂ ਨੇ ਉਹ ਆਧੁਨਿਕ ਤਰੀਕੇ ਦੇ ਨਾਲ ਬਣ ਗਈਆਂ, ਤਾਂ ਉਹਨਾਂ ਨੂੰ ਚਲਾਉਣ ਦੇ ਲਈ ਇੱਕ ਵਿਅਕਤੀ ਨੂੰ ਸਿੱਖਿਅਤ ਹੋਣਾ ਜ਼ਰੂਰੀ ਹੈ। ਜੇਕਰ ਉਹ ਵਿਅਕਤੀ ਉਹਨਾਂ ਮਸ਼ੀਨਾਂ ਨੂੰ ਨਹੀਂ ਚਲਾ ਸਕੂਗਾ ਤਾਂ ਉਹ ਵਿਅਕਤੀ ਨੂੰ ਉਸ ਰੁਜ਼ਗਾਰ 'ਤੇ ਨਹੀਂ ਰੱਖਿਆ ਜਾਊਗਾ। ਸੋ ਇਸ ਕਰਕੇ ਮਸ਼ੀਨਾਂ ਦੇ ਆਉਣ ਦੇ ਨਾਲ ਇੱਕ ਤਾਂ ਬੰਦਿਆਂ ਦੀ ਗਿਣਤੀ ਹੈ ਜਿਹੜੀ ਉਹ ਘੱਟ ਗਈ, ਅਤੇ ਨੰਬਰ 2 ਉਹ ਵਿਅਕਤੀ ਜੋ ਕਿ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀਗੇ, ਜਿਨ੍ਹਾਂ ਨੂੰ ਮਸ਼ੀਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ, ਉਹਨਾਂ ਨੂੰ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਿਆ। ਰੁਜ਼ਗਾਰ ਸੰਬੰਧੀ ਘੱਟ ਯੋਜਨਾਵਾਂ ਚੱਲੀਆਂ ਨੇ। ਸਰਕਾਰ ਨੇ ਸਮੇਂ-ਸਮੇਂ 'ਤੇ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਨੇ, ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਤੱਕ ਇਹ ਯੋਜਨਾਵਾਂ ਦਾ ਜਿਹੜਾ ਲਾਭ ਆ ਉਹ ਨਹੀਂ ਪਹੁੰਚਿਆ। ਅੱਗੇ ਬੱਚਿਓ ਅਸੀਂ ਗੱਲ ਕਰਾਂਗੇ ਬੇਰੁਜ਼ਗਾਰੀ ਦੀਆਂ ਕਿਸਮਾਂ। ਬੇਰੁਜ਼ਗਾਰੀ ਬਾਰੇ ਬੱਚਿਓ ਅਸੀਂ ਜਾਣਿਆ ਕਿ ਬੇਰੁਜ਼ਗਾਰੀ ਕੀ ਹੁੰਦੀ ਹੈ, ਕਿ ਜਦੋਂ ਕੋਈ ਵਿਅਕਤੀ ਕੰਮ ਕਰਨਾ ਚਾਹ ਤਾਂ ਰਿਹਾ ਪਰ ਉਹਨੂੰ ਚੱਲ ਰਹੀ ਲੇਬਰ 'ਤੇ, ਚੱਲ ਰਹੀ ਮਜ਼ਦੂਰੀ ਦੀ ਦਰ 'ਤੇ ਉਹਨੂੰ ਕੰਮ ਨਹੀਂ ਮਿਲਦਾ, ਉਹਨੂੰ ਅਸੀਂ ਬੇਰੁਜ਼ਗਾਰੀ ਕਹਿੰਦੇ ਹਾਂ। ਬੇਰੁਜ਼ਗਾਰੀ ਦੇ ਅੱਗੇ ਅਸੀਂ ਕਿਸਮਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲੀ ਕਿਸਮ ਹੈ ਬੇਰੁਜ਼ਗਾਰੀ ਦੀ ਮੌਸਮੀ ਬੇਰੁਜ਼ਗਾਰੀ। ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ, ਮੌਸਮੀ ਉਹ ਬੇਰੁਜ਼ਗਾਰੀ ਜਿਹੜੀ ਮੌਸਮ ਬਦਲਣ ਦੇ ਨਾਲ ਆਉਂਦੀ ਹੈ। ਜਦੋਂ ਲੋਕਾਂ ਨੂੰ ਸਾਲ ਦੇ ਕੁਝ ਮਹੀਨੇ ਕੰਮ ਮਿਲਦਾ ਹੈ, ਜਿਵੇਂ ਹੁਣ ਸਾਲ ਦੇ 12 ਮਹੀਨੇ ਹੁੰਦੇ ਨੇ, ਉਹਦੇ ਵਿੱਚ ਜੇਕਰ ਲੋਕਾਂ ਨੂੰ 6 ਤੋਂ 8 ਮਹੀਨੇ ਦੇ ਵਿੱਚ ਕੰਮ ਮਿਲਦਾ, ਜਿਹੜੇ ਬਾਕੀ ਮਹੀਨੇ ਨੇ ਉਹ ਵਿਹਲੇ ਰਹਿੰਦੇ ਨੇ, ਤਾਂ ਇਸ ਤਰ੍ਹਾਂ ਦੀ ਜਿਹੜੀ ਬੇਰੁਜ਼ਗਾਰੀ ਆ ਉਹਨੂੰ ਅਸੀਂ ਕੀ ਕਹਾਂਗੇ, ਮੌਸਮੀ ਬੇਰੁਜ਼ਗਾਰੀ। ਖੇਤੀਬਾੜੀ ਦੇ ਧੰਦੇ ਦੀ ਆਪਾਂ ਗੱਲ ਕਰੀ ਸੀ। ਜਿਹੜੇ ਖੇਤੀਬਾੜੀ ਦਾ ਧੰਦਾ ਹੈ ਉਹਦੇ ਵਿੱਚ ਜਿਹੜੇ ਲੋਕ ਨੇ ਬਿਜਾਈ ਕਟਾਈ ਦੇ ਸਮੇਂ ਦੇ ਦੌਰਾਨ ਹੀ ਰੁਜ਼ਗਾਰ ਦੇ ਵਿੱਚ ਰੁੱਝੇ ਹੁੰਦੇ ਨੇ, ਪਰੰਤੂ ਇਸ ਤੋਂ ਬਾਅਦ ਲਗਭਗ 5 ਤੋਂ 7 ਮਹੀਨੇ ਤੱਕ ਉਹ ਬੇਰੁਜ਼ਗਾਰ ਰਹਿੰਦੇ ਨੇ। ਸੋ ਇਹ ਜਿਹੜੀ ਬੇਰੁਜ਼ਗਾਰੀ ਪਾਈ ਜਾਂਦੀ ਹੈ ਬੱਚਿਓ, ਜਿਹਦੇ ਵਿੱਚ ਜਿਹੜਾ ਵਿਅਕਤੀ ਹੈ ਸਾਲ ਦੇ ਕੁਝ ਕੁ ਮਹੀਨੇ ਕੰਮ ਕਰਦਾ ਅਤੇ ਬਾਕੀ ਮਹੀਨੇ ਫ੍ਰੀ ਰਹਿੰਦਾ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਮੌਸਮੀ ਬੇਰੁਜ਼ਗਾਰੀ। ਨੰਬਰ 2 ਹੈ ਬੱਚਿਓ ਛੁਪੀ ਹੋਈ ਬੇਰੁਜ਼ਗਾਰੀ। ਛੁਪੀ ਹੋਈ ਦਾ ਮਤਲਬ ਹੈਗਾ ਕਿ ਉਹ ਬੇਰੁਜ਼ਗਾਰੀ ਜਿਹੜੀ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਕੋਈ ਬੰਦਾ ਬੇਰੁਜ਼ਗਾਰ ਹੈਗਾ ਜਾਂ ਨਹੀਂ,
ਜਿਵੇਂ ਕਿ ਛੁਪੀ ਹੋਈ ਬੇਰੁਜ਼ਗਾਰੀ ਉਹ ਹੁੰਦੀ ਹੈ ਜਦੋਂ ਕਿਸੇ ਕੰਮ ਨੂੰ ਕਰਨ ਦੇ ਲਈ ਲੋੜ ਤੋਂ ਵੱਧ ਵਿਅਕਤੀ ਲੱਗੇ ਹੁੰਦੇ ਨੇ। ਜਿਵੇਂ ਕਿ ਅਸੀਂ ਕਹਿ ਦਈਏ ਕਿ ਕੋਈ ਕੰਮ ਹੋ ਤਾਂ 2 ਵਿਅਕਤੀਆਂ ਨਾਲ ਸਕਦਾ ਹੈ, ਪਰ ਉੱਥੇ 4 ਵਿਅਕਤੀ ਲੱਗੇ ਹੋਏ ਨੇ, ਤਾਂ ਉਹ ਜਿਹੜੇ 2 ਵਿਅਕਤੀ ਵਾਧੂ ਨੇ ਉੱਥੇ ਉਹ ਛੁਪੇ ਹੋਏ ਬੇਰੁਜ਼ਗਾਰ ਨੇ। ਉਹਨਾਂ ਨੂੰ ਰੁਜ਼ਗਾਰ ਤਾਂ ਮਿਲਿਆ ਹੋਇਆ, ਪਰ ਅਸਲ ਦੇ ਵਿੱਚ ਉਹ ਬੇਰੁਜ਼ਗਾਰ ਨੇ। ਜੇਕਰ ਉਹਨਾਂ ਲੋਕਾਂ ਨੂੰ ਉਸ ਕੰਮ ਤੋਂ ਹਟਾ ਦਿੱਤਾ ਜਾਵੇ ਤਾਂ ਕੁੱਲ ਉਤਪਾਦਨ ਵਿੱਚ ਕੋਈ ਕਮੀ ਨਹੀਂ ਆਊਗੀ। ਜਿਹੜਾ ਕੰਮ 4 ਬੰਦਿਆਂ ਨੇ ਕਰਨਾ ਉਹ 2 ਬੰਦੇ ਵੀ ਉਨਾ ਹੀ ਕਰਨਗੇ। ਭਾਰਤ ਦੇ ਪਿੰਡਾਂ ਦੇ ਵਿੱਚ ਜਿਹੜੀ ਲੋਕ ਕੰਮ ਕਰਦੇ ਨੇ, ਜਿਹੜੀ ਜਨਸੰਖਿਆ ਉਹਦੇ ਵਿੱਚ 30% ਜਿਹੜੇ ਲੋਕ ਨੇ ਉਹ ਛੁਪੇ ਹੋਏ ਬੇਰੁਜ਼ਗਾਰ ਨੇ। ਆਪਾਂ ਇੱਥੇ ਇੱਕ ਉਦਾਹਰਨ ਲੈਂਦੇ ਹਾਂ ਕਿ ਕਿਸੇ ਖੇਤ ਵਿੱਚ ਕੰਮ ਕਰਨ ਦੇ ਲਈ 5 ਵਿਅਕਤੀਆਂ ਦੀ ਲੋੜ ਹੈ, ਪਰੰਤੂ ਉੱਥੇ 8 ਵਿਅਕਤੀ ਲੱਗੇ ਹੋਏ ਨੇ। ਇੱਥੇ 3 ਵਿਅਕਤੀ ਜਿਹੜੇ ਨੇ ਉਹ ਵਾਧੂ ਨੇ। ਇਹ ਕਿਹੜੇ ਬੇਰੁਜ਼ਗਾਰ ਹੋਏ ਬੱਚਿਓ? ਛੁਪੇ ਹੋਏ ਬੇਰੁਜ਼ਗਾਰ ਨੇ। ਜੇਕਰ ਇਹਨਾਂ 3 ਵਿਅਕਤੀ ਨੂੰ ਕੰਮ ਤੋਂ ਹਟਾ ਲਿਆ ਜਾਵੇ ਤਾਂ ਉਤਪਾਦਨ ਵਿੱਚ ਕੋਈ ਫਰਕ ਨਹੀਂ ਪਊਗਾ। ਜਿੰਨਾ ਕੰਮ ਉਹ 5 ਵਿਅਕਤੀਆਂ ਨੇ ਕਰਨਾ ਹੈ ਓਨਾ ਹੀ ਕੰਮ ਇਹ 8 ਵਿਅਕਤੀ ਕਰ ਰਹੇ ਸੀਗੇ। ਸੋ ਇਸ ਕਰਕੇ ਜਿਹੜੇ ਇਹ 3 ਵਿਅਕਤੀ ਵਾਧੂ ਸੀਗੇ ਇਹ ਬੱਚੇ ਕਿਹੜੇ ਨੇ? ਛੁਪੇ ਹੋਏ ਬੇਰੁਜ਼ਗਾਰ। ਸੋ ਸੌਖੇ ਜਿਹੀ ਭਾਸ਼ਾ ਦੇ ਵਿੱਚ ਜੇਕਰ ਅਸੀਂ ਲਿਖਣਾ ਹੋਵੇ ਕਿ ਛੁਪੀ ਹੋਈ ਬੇਰੁਜ਼ਗਾਰੀ ਕੀ ਹੁੰਦੀ ਹੈ? ਛੁਪੀ ਹੋਈ ਬੇਰੁਜ਼ਗਾਰੀ ਉਹ ਬੇਰੁਜ਼ਗਾਰੀ ਹੁੰਦੀ ਹੈ ਜਦੋਂ ਕੰਮ ਦੇ ਵਿੱਚ ਘੱਟ ਬੰਦਿਆਂ ਦੀ ਲੋੜ ਹੈ ਪਰ ਉੱਥੇ ਵੱਧ ਬੰਦੇ ਜਿਹੜੇ ਨੇ ਕੰਮ 'ਤੇ ਲੱਗੇ ਹੋਏ ਨੇ, ਅਤੇ ਜੇਕਰ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਹਟਾ ਦਿੱਤਾ ਜਾਵੇ ਤਾਂ ਕੁੱਲ ਉਤਪਾਦਨ ਵਿੱਚ ਕੋਈ ਕਮੀ ਨਹੀਂ ਆਵੇਗੀ। ਇਸ ਤਰ੍ਹਾਂ ਦੀ ਬੇਰੁਜ਼ਗਾਰੀ ਨੂੰ ਅਸੀਂ ਕੀ ਕਹਾਂਗੇ? ਛੁਪੀ ਹੋਈ ਬੇਰੁਜ਼ਗਾਰੀ। ਤੀਸਰੀ ਬੇਰੁਜ਼ਗਾਰੀ ਦੀ ਕਿਸਮ ਹੈ ਬੱਚਿਓ ਪੜ੍ਹੀ ਲਿਖੀ ਬੇਰੁਜ਼ਗਾਰੀ। ਸ਼ਹਿਰੀ ਖੇਤਰ ਵਿੱਚ ਤੇਜ਼ੀ ਨਾਲ ਵੱਧ ਰਹੀ ਸਕੂਲਾਂ ਅਤੇ ਕਾਲਜਾਂ ਦੀ ਗਿਣਤੀ ਨੇ ਪੜ੍ਹੀ ਲਿਖੀ ਬੇਰੁਜ਼ਗਾਰੀ ਨੂੰ ਪੈਦਾ ਕੀਤਾ ਹੈ, ਕਿਉਂਕਿ ਰੋਜ਼ਗਾਰ ਦੇ ਜਿਹੜੇ ਅਵਸਰ ਨੇ ਉਸ ਦਰ ਨਾਲ ਨਹੀਂ ਵਧੇ ਜਿਸ ਦਰ ਨਾਲ ਬੇਰੁਜ਼ਗਾਰੀ ਵਧੀ ਹੈ। ਜਿਹੜੀ ਪੜ੍ਹੀ ਲਿਖੀ ਬੇਰੁਜ਼ਗਾਰੀ ਹੁੰਦੀ ਹੈ ਬੱਚਿਓ ਇਹ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਪਾਈ ਜਾਂਦੀ ਹੈ, ਕਿਉਂਕਿ ਉੱਥੇ ਜਿਹੜੇ ਸਕੂਲ ਕਾਲਜ ਹੁੰਦੇ ਨੇ ਉਹਨਾਂ ਦੀ ਗਿਣਤੀ ਵੱਧ ਹੁੰਦੀ ਹੈ ਅਤੇ ਸਾਰੇ ਲੋਕ ਉੱਥੇ ਤਕਰੀਬਨ ਪੜ੍ਹੇ ਲਿਖੇ ਹੁੰਦੇ ਨੇ। ਪਰ ਜਿੰਨੇ ਉੱਥੇ ਪੜ੍ਹੇ ਲਿਖੇ ਲੋਕ ਹੁੰਦੇ ਨੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦੇ। ਸੋ ਉੱਥੇ ਜਿਹੜੀ ਬੇਰੁਜ਼ਗਾਰੀ ਆ ਉਹਦੀ ਕਿਸਮ ਕਿਹੜੀ ਹੁੰਦੀ ਆ? ਪੜ੍ਹੀ ਲਿਖੀ ਬੇਰੁਜ਼ਗਾਰੀ। ਅੱਗੇ ਹੈ ਬੱਚਿਓ ਬੇਰੁਜ਼ਗਾਰੀ ਦੇ ਪ੍ਰਭਾਵ। ਹੁਣ ਬੇਰੁਜ਼ਗਾਰੀ ਦੇ ਆਪਾਂ ਪ੍ਰਭਾਵਾਂ ਬਾਰੇ ਗੱਲ ਕਰਾਂਗੇ ਕਿ ਬੇਰੁਜ਼ਗਾਰੀ ਹੈ ਜਿਹੜੀ ਉਹ ਸਾਡੇ 'ਤੇ ਕਿਸ ਤਰ੍ਹਾਂ ਅਸਰ ਪਾਉਂਦੀ ਹੈ। ਬੇਰੁਜ਼ਗਾਰੀ ਨਾਲ ਮਨੁੱਖੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ। ਹਾਂਜੀ, ਇੱਕ ਵਿਅਕਤੀ ਜਿਹੜਾ ਕਿ ਪੜ੍ਹਿਆ ਲਿਖਿਆ ਹੈਗਾ ਜੇਕਰ ਉਹਨੂੰ ਰੁਜ਼ਗਾਰ ਨਹੀਂ ਮਿਲਿਆ ਤਾਂ ਉਹ ਮਨੁੱਖੀ ਸੰਸਾਧਨ ਸਾਡੇ ਦੇਸ਼ ਦੇ ਲਈ ਦੇਣਦਾਰੀ ਹੈ, ਸਾਡੇ ਦੇਸ਼ ਦੇ ਲਈ ਹਾਨੀਕਾਰਕ ਹੈ। ਜੇਕਰ ਉਸ ਵਿਅਕਤੀ ਨੂੰ ਰੁਜ਼ਗਾਰ ਮਿਲਿਆ ਹੁੰਦਾ, ਕਿਸੇ ਫੈਕਟਰੀ ਦੇ ਵਿੱਚ ਕੰਮ ਮਿਲਿਆ ਹੁੰਦਾ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ, ਤਾਂ ਉਹ ਮਨੁੱਖੀ ਸੰਸਾਧਨ ਸਾਡੇ ਦੇਸ਼ ਦੀ ਅਰਥ ਵਿਵਸਥਾ ਦੇ ਲਈ ਬਹੁਤ ਫਾਇਦੇਮੰਦ ਹੋਣਾ ਸੀਗਾ। ਬੇਰੁਜ਼ਗਾਰੀ ਗਰੀਬੀ ਵਧਾਉਂਦੀ ਹੈ। ਜਿਹੜਾ ਵਿਅਕਤੀ ਬੇਰੁਜ਼ਗਾਰ ਹੁੰਦਾ ਹੈ ਉਹਦੇ ਕੋਲ ਪੈਸੇ ਦੀ ਤੋਟ ਹੁੰਦੀ ਹੈ ਅਤੇ ਉਹ ਜਿਹੜਾ ਵਿਅਕਤੀ ਹੈ ਉਹ ਦਿਨੋਂ ਦਿਨ ਗਰੀਬ ਹੁੰਦਾ ਹੈ। ਸਿਹਤ ਸਹੂਲਤਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਉਹਦੇ ਵੱਲੋਂ, ਸਿੱਖਿਆ ਸਹੂਲਤਾਂ ਵੀ ਉਹਦੇ ਤੱਕ ਨਹੀਂ ਪਹੁੰਚ ਸਕਦੀਆਂ। ਸੋ ਇਸ ਤਰ੍ਹਾਂ ਬੱਚਿਓ ਬੇਰੁਜ਼ਗਾਰੀ ਹੈ ਜਿਹੜੀ ਉਹ ਕਿਸੇ ਦੇਸ਼ ਦੇ ਵਿੱਚ ਗਰੀਬੀ ਨੂੰ ਵੀ ਵਧਾਉਂਦੀ ਹੈ। ਬੇਰੁਜ਼ਗਾਰੀ ਵਿੱਚ ਵਾਧਾ ਕਮਜ਼ੋਰ ਅਰਥ ਵਿਵਸਥਾ ਦਾ ਸੂਚਕ ਹੈ। ਕਿਸੇ ਦੇਸ਼ ਦੇ ਵਿੱਚ ਜਿੰਨੀ ਬੇਰੁਜ਼ਗਾਰੀ ਹੋਊਗੀ ਉਹ ਦੇਸ਼ ਓਨਾ ਹੀ ਅਰਥ ਵਿਵਸਥਾ ਦੇ ਤੌਰ 'ਤੇ ਕਮਜ਼ੋਰ ਹੋਊਗਾ, ਉਹਦੀ ਜਿਹੜੀ ਆਰਥਿਕ ਹਾਲਤ ਉਹ ਓਨੀ ਹੀ ਤਰਸਯੋਗ ਹੋਊਗੀ। ਬੇਰੁਜ਼ਗਾਰੀ ਯੁਵਕਾਂ ਵਿੱਚ ਨਿਰਾਸ਼ਾ ਅਤੇ ਹਤਾਸ਼ਾ ਦੀ ਭਾਵਨਾ ਪੈਦਾ ਕਰਦੀ ਹੈ। ਹਾਂਜੀ, ਜਿਹੜੀ ਬੇਰੁਜ਼ਗਾਰੀ ਹੈ ਉਹ ਨੌਜਵਾਨਾਂ ਦੇ ਵਿੱਚ ਆਪਾਂ ਕਹਿ ਦਈਏ ਕਿ ਨਿਰਾਸ਼ਾ ਦੀ ਭਾਵਨਾ ਪੈਦਾ ਕਰਦੀ ਹੈ, ਕਿਉਂਕਿ ਜਿਹੜੇ ਨੌਜਵਾਨ ਹੁੰਦੇ ਨੇ ਉਹਨਾਂ ਦੇ ਬਹੁਤ ਸਾਰੇ ਸੁਪਨੇ ਹੁੰਦੇ ਨੇ ਆਪਣੇ ਘਰਦਿਆਂ ਦੇ ਪ੍ਰਤੀ, ਪਰ ਜਦੋਂ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਨਿਰਾਸ਼ ਹੋ ਜਾਂਦੇ ਨੇ, ਜਿਸ ਦੇ ਬਦਲੇ ਉਹ ਕਈ ਵਾਰੀ ਕੋਈ ਇਸ ਤਰ੍ਹਾਂ ਦਾ ਕਦਮ ਵੀ ਉਠਾ ਲੈਂਦੇ ਨੇ ਜਿਹੜਾ ਕਿ ਉਹਨਾਂ ਨੂੰ ਨਹੀਂ ਚੱਕਣਾ ਚਾਹੀਦਾ। ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਬੇਰੁਜ਼ਗਾਰ ਲੋਕ ਸਮਾਜ 'ਤੇ ਦੇਣਦਾਰੀ ਬਣ ਜਾਂਦੇ ਨੇ। ਹਾਂਜੀ, ਇਹ ਆਪਾਂ ਪਹਿਲਾਂ ਵੀ ਪੜ੍ਹਿਆ ਕਿ ਜਿੰਨੇ ਜਿਹੜੇ ਲੋਕ ਨੇ ਉਹ ਕਿਸੇ ਰੁਜ਼ਗਾਰ 'ਤੇ ਹੋਣਗੇ, ਇੱਕ ਮਨੁੱਖੀ ਸੰਸਾਧਨ ਵਜੋਂ ਕੰਮ ਕਰਦੇ ਹੋਣਗੇ, ਉਹ ਸਾਡੇ ਦੇਸ਼ ਦੇ ਲਈ ਪਰਸੰਪਤੀ ਨੇ, ਜਦ ਕਿ ਅਨਪੜ੍ਹ ਜਾਂ ਬੇਰੁਜ਼ਗਾਰ ਜਿਹੜੀ ਲੋਕ ਨੇ ਉਹ ਸਾਡੇ ਦੇਸ਼ 'ਤੇ ਕੀ ਹੁੰਦੀ ਆ? ਦੇਣਦਾਰੀ ਹੁੰਦੀ ਆ। ਅੱਗੇ ਵਿੱਚੋਂ ਭਾਰਤ ਸਰਕਾਰ ਨੇ ਰੁਜ਼ਗਾਰ ਦੇ ਮੌਕੇ ਦੇਣ ਦੇ ਲਈ ਬਹੁਤ ਸਾਰੇ ਵਿਸ਼ੇਸ਼ ਪ੍ਰੋਗਰਾਮ ਚਲਾਏ ਨੇ। ਇਹ ਨਹੀਂ ਹੈਗਾ ਕਿ ਸਰਕਾਰ ਨੇ ਰੁਜ਼ਗਾਰ ਮੁਹੱਈਆ ਕਰਾਉਣ ਦੇ ਲਈ ਕੋਈ ਯੋਜਨਾ ਵੀ ਨਹੀਂ ਚਲਾਈ। ਜਿਸ ਤਰ੍ਹਾਂ ਕਿ ਅਸੀਂ ਗੱਲ ਕਰੀਏ ਕਿ ਸਵਰਨ ਜਯੰਤੀ ਗ੍ਰਾਮ ਸਵੈ ਰੁਜ਼ਗਾਰ ਯੋਜਨਾ ਜਿਹੜੀ ਆ ਉਹ ਚਲਾਈ ਸੀ ਸਰਕਾਰ ਨੇ। ਸੰਪੂਰਨ ਗ੍ਰਾਮੀਣ ਰੁਜ਼ਗਾਰ ਯੋਜਨਾ ਜਿਹੜੀ ਆ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਲਈ ਚਲਾਈ ਗਈ ਸੀ। ਅਤੇ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਇਮੈਂਟ ਗਰੰਟੀ ਐਕਟ, ਜਿਹਨੂੰ ਅਸੀਂ ਮਨਰੇਗਾ ਕਹਿੰਦੇ ਹਾਂ, ਇਸ ਦੇ ਤਹਿਤ ਭਾਰਤ ਦੇ ਪਿੰਡਾਂ ਦੇ ਵਿੱਚ
ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਂਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਊਗਾ ਕਿ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਮਨਰੇਗਾ ਦੇ ਵਿੱਚ ਕੰਮ ਕਰਦੇ ਨੇ। ਸੋ ਇਸ ਤਰ੍ਹਾਂ ਬੱਚਿਓ ਜਿਹੜੇ ਸਰਕਾਰ ਨੇ ਉਹਨਾਂ ਨੇ ਸਮੇਂ-ਸਮੇਂ 'ਤੇ ਸਾਡੇ ਦੇਸ਼ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਅਸੀਂ ਕਹਿ ਸਕਦੇ ਕਿ ਸਾਡੇ ਦੇਸ਼ ਦੇ ਮਨੁੱਖੀ ਸੰਸਾਧਨ ਨੂੰ ਵਿਕਸਿਤ ਕਰਨ ਦੇ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਧਿਆਨ ਦਿੱਤਾ ਹੈ। ਅਤੇ ਜੇਕਰ ਕੋਈ ਦੇਸ਼ ਆਰਥਿਕ ਵਿਵਸਥਾ ਦੇ ਤੌਰ 'ਤੇ ਮਜ਼ਬੂਤ ਹੋਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਖਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ। ਇਹ ਸੀਗਾ ਬੱਚੇ ਸਾਡਾ ਅੱਜ ਦਾ ਟੌਪਿਕ, ਜਿਹਦੇ ਵਿੱਚ ਅਸੀਂ ਪੂਰੇ ਵਿਸਥਾਰ ਦੇ ਨਾਲ ਮਨੁੱਖੀ ਸੰਸਾਧਨਾਂ ਬਾਰੇ ਜਾਣਿਆ ਕਿ ਮਨੁੱਖੀ ਸੰਸਾਧਨ ਕੀ ਹੁੰਦਾ, ਆਰਥਿਕ ਗੈਰ ਆਰਥਿਕ ਕਿਰਿਆਵਾਂ ਕੀ ਹੁੰਦੀਆਂ ਨੇ, ਔਰਤਾਂ ਅਤੇ ਮਰਦਾਂ ਦੀ ਜਿਹੜੀਆਂ ਆਰਥਿਕ ਅਤੇ ਗੈਰ ਆਰਥਿਕ ਕਿਰਿਆਵਾਂ ਨੇ ਕਿਹੜੀਆਂ ਨੇ। ਉਸ ਤੋਂ ਬਾਅਦ ਅਸੀਂ ਸਿੱਖਿਆ ਸਿਹਤ ਸਹੂਲਤਾਂ ਬਾਰੇ ਪੜ੍ਹਿਆ ਹੈ, ਭਾਰਤ ਦੀ ਸਾਖਰਤਾ ਦਰ ਬਾਰੇ ਜਾਣਿਆ ਹੈ, ਅਤੇ ਉਸ ਤੋਂ ਬਾਅਦ ਅਸੀਂ ਬੇਰੁਜ਼ਗਾਰੀ 'ਤੇ ਗੱਲ ਕੀਤੀ ਕਿ ਬੇਰੁਜ਼ਗਾਰੀ ਕੀ ਹੈ। ਬੇਰੁਜ਼ਗਾਰੀ ਦੀਆਂ ਤਿੰਨੋਂ ਹੀ ਕਿਸਮਾਂ, ਛੁਪੀ ਹੋਈ ਬੇਰੁਜ਼ਗਾਰੀ, ਮੌਸਮੀ ਬੇਰੁਜ਼ਗਾਰੀ, ਪੜ੍ਹੀ ਲਿਖੀ ਬੇਰੁਜ਼ਗਾਰੀ ਬਾਰੇ ਚਰਚਾ ਕੀਤੀ ਹੈ। ਬੇਰੁਜ਼ਗਾਰੀ ਦੇ ਕਾਰਨਾਂ ਬਾਰੇ ਅਸੀਂ ਪੜ੍ਹੇ ਅਤੇ ਉਸ ਤੋਂ ਬਾਅਦ ਅਸੀਂ ਬੇਰੁਜ਼ਗਾਰੀ ਦੇ ਪ੍ਰਭਾਵ ਵੀ ਪੜ੍ਹੇ ਨੇ। ਹੁਣ ਇਸ ਤੋਂ ਬਾਅਦ ਬੱਚਿਓ ਅਸੀਂ ਆਪਣੇ ਅਭਿਆਸ ਵੱਲ ਵੱਧਦੇ ਹਾਂ, ਜਿੱਥੋਂ ਕਿ ਸਾਨੂੰ ਪਤਾ ਲੱਗੂਗਾ ਕਿ ਅਸੀਂ ਨੇ ਲੈਕਚਰ ਕਿੰਨੇ ਕੁ ਧਿਆਨ ਨਾਲ ਸੁਣੇ। ਅਭਿਆਸ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਸਹੀ ਗਲਤ ਨੇ। ਸਾਡਾ ਪਹਿਲਾ ਸਹੀ ਗਲਤ ਹੈਗਾ, ਜਨਸੰਖਿਆ ਦੀ ਗੁਣਵੱਤਾ ਦੇਸ਼ ਦੀ ਅਰਥ ਵਿਵਸਥਾ ਅਤੇ ਵਿਕਾਸ ਦੀ ਦਰ ਨਿਸ਼ਚਿਤ ਕਰਦੀ ਹੈ। ਜਨਸੰਖਿਆ ਦੀ ਗੁਣਵੱਤਾ ਦੇਸ਼ ਦੀ ਅਰਥ ਵਿਵਸਥਾ ਅਤੇ ਵਿਕਾਸ ਦੀ ਦਰ ਨਿਸ਼ਚਿਤ ਕਰਦੀ ਹੈ। ਬੱਚਿਓ ਠੀਕ ਹੈ ਗਲਤ ਹੈ? ਹਾਂਜੀ, ਇਹ ਬਿਲਕੁਲ ਸਹੀ ਹੈ। ਜਨਸੰਖਿਆ ਦੀ ਜਿਹੜੀ ਗੁਣਵੱਤਾ ਹੈ ਜਾਂ ਜਨਸੰਖਿਆ, ਕਿਸੇ ਦੇਸ਼ ਦੀ ਜਿਹੜੀ ਜਨਸੰਖਿਆ ਉਹ ਕਿੰਨੀ ਪੜ੍ਹੀ ਲਿਖੀ ਹੈ, ਉਸ ਦੇ ਹਿਸਾਬ ਨਾਲ ਜਿਹੜੀ ਦੇਸ਼ ਦੀ ਅਰਥ ਵਿਵਸਥਾ ਅਤੇ ਵਿਕਾਸ ਦੀ ਦਰ ਨਿਸ਼ਚਿਤ ਕੀਤੀ ਜਾਂਦੀ ਹੈ। ਮਨੁੱਖ ਦੀ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਉਸ ਦੀ ਸਿਹਤ 'ਤੇ ਨਿਰਭਰ ਕਰਦੀ ਹੈ। ਹਾਂਜੀ, ਇਹ ਵੀ ਬਿਲਕੁਲ ਸਹੀ ਹੈ ਕਿ ਜਿੰਨਾ ਵਿਅਕਤੀ ਸਿਹਤ ਪੱਖੋਂ ਤਕੜਾ ਹੋਊਗਾ ਓਨੀ ਹੀ ਉਹਦੀ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਵੱਧ ਹੋਊਗੀ। ਬੇਰੁਜ਼ਗਾਰੀ ਉਹ ਸਥਿਤੀ ਹੈ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ 'ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਮਿਲਦਾ ਹੈ। ਹਾਂਜੀ ਬੱਚਿਓ, ਇਹ ਸਹੀ ਹੈ ਜੇ ਗਲਤ ਹੈ? ਇਹਨਾਂ ਨੇ ਕਿਹਾ ਕਿ ਬੇਰੁਜ਼ਗਾਰੀ ਉਹ ਸਥਿਤੀ ਹੈ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ 'ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਮਿਲਦਾ ਹੈ, ਭਾਵ ਉਹ ਕੰਮ ਕਰਨ ਦੇ ਇੱਛੁਕ ਨੇ ਅਤੇ ਉਹਨਾਂ ਨੂੰ ਕੰਮ ਵੀ ਮਿਲਦਾ ਹੈ। ਸੋ ਇਹ ਗਲਤ ਹੈ। ਇਹ ਬੇਰੁਜ਼ਗਾਰੀ ਨਹੀਂ, ਇਹ ਕੀ ਹੈ, ਇੱਕ ਰੁਜ਼ਗਾਰ ਹੈ। ਬੇਰੁਜ਼ਗਾਰੀ ਹੋਊਗਾ ਕਿ ਜਦੋਂ ਉਹ ਕੰਮ ਕਰਨ ਦੇ ਇੱਛੁਕ ਨੇ ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ। ਚੌਥਾ ਸਹੀ ਗਲਤ ਹੈ ਸਾਡੇ ਕੋਲ, ਨੈਸ਼ਨਲ ਸੈਂਪਲ ਸਰਵੇ ਰਿਪੋਰਟ ਅਨੁਸਾਰ ਭਾਰਤ ਵਿੱਚ ਕੇਰਲ ਰਾਜ ਦੀ ਬੇਰੁਜ਼ਗਾਰੀ ਦਰ ਸਭ ਤੋਂ ਉੱਚੀ ਹੈ। ਹਾਂਜੀ ਹਾਂ, ਇਹ ਅਸੀਂ ਪੜ੍ਹਿਆ ਸੀਗਾ ਕਿ ਕੇਰਲ ਜਿਹੜਾ ਰਾਜ ਹੈ ਉਹਦੇ ਵਿੱਚ ਬੇਰੁਜ਼ਗਾਰੀ ਦਰ ਸਭ ਤੋਂ ਉੱਚੀ ਹੈ। ਸ਼ਹਿਰੀ ਖੇਤਰ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ। ਹਾਂਜੀ ਬੱਚਿਓ, ਠੀਕ ਹੈ ਜਾਂ ਗਲਤ ਹੈ? ਇਹ ਬਿਲਕੁਲ ਗਲਤ ਹੈ, ਕਿਉਂਕਿ ਸ਼ਹਿਰੀ ਖੇਤਰ ਦੇ ਵਿੱਚ ਕਿਹੜੀ ਬੇਰੁਜ਼ਗਾਰੀ ਹੁੰਦੀ ਆ? ਪੜ੍ਹੀ ਲਿਖੀ ਬੇਰੁਜ਼ਗਾਰੀ, ਕਿਉਂਕਿ ਉੱਥੇ ਜਿਹੜੇ ਪੜ੍ਹਾਈ ਲਿਖਾਈ ਦੇ ਜਿਹੜੇ ਮੌਕੇ ਹੁੰਦੇ ਨੇ ਜਾਂ ਸਕੂਲ ਕਾਲਜ ਉੱਥੇ ਗਿਣਤੀ ਜ਼ਿਆਦਾ ਹੁੰਦੀ ਹੈ, ਜਿਹਦੇ ਕਰਕੇ ਉੱਥੇ ਜਿਹੜੀ ਬੇਰੁਜ਼ਗਾਰੀ ਆ ਉਹ ਪੜ੍ਹੀ ਲਿਖੀ ਬੇਰੁਜ਼ਗਾਰੀ ਪਾਈ ਜਾਂਦੀ ਹੈ। ਅੱਗੇ ਸਾਡੇ ਕੋਲ ਖਾਲੀ ਸਥਾਨ ਨੇ ਬੱਚਿਓ। ਪਹਿਲਾ ਖਾਲੀ ਸਥਾਨ ਹੈ ਸਾਡੇ ਕੋਲ, ਡੈਸ਼ ਅਤੇ ਡੈਸ਼ ਜਨਸੰਖਿਆ ਦੇਸ਼ ਲਈ ਪਰ ਸੰਪਤੀ ਹੁੰਦੇ ਹਨ। ਹਾਂਜੀ ਬੱਚਿਓ, ਇਹਦਾ ਕੀ ਆਨਸਰ ਆਊਗਾ ਬੱਚਿਓ? ਪੜ੍ਹੀ ਲਿਖੀ ਅਤੇ ਸਿਹਤਮੰਦ ਜਨਸੰਖਿਆ ਦੇਸ਼ ਲਈ ਪਰ ਸੰਪਤੀ ਹੁੰਦੀ ਹੈ। ਸਭ ਤੋਂ ਜ਼ਿਆਦਾ ਸਾਖਰਤਾ ਦੀ ਦਰ 93.9% ਡੈਸ਼ ਰਾਜ ਵਿੱਚ ਹੈ। ਕਿਹੜੇ ਰਾਜ ਵਿੱਚ ਹੈ ਬੱਚਿਓ? ਕੇਰਲ ਰਾਜ ਦੇ ਵਿੱਚ ਹੈ। 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਸਾਖਰਤਾ ਦਰ ਡੈਸ਼ ਹੈ, ਕਿੰਨੀ ਸੀਗੀ ਬੱਚਿਓ? 74%। ਅੱਗੇ ਹੈ ਚੌਥੀ ਖਾਲੀ ਸਥਾਨ, ਪੇਂਡੂ ਖੇਤਰ ਵਿੱਚ ਡੈਸ਼ ਅਤੇ ਡੈਸ਼ ਬੇਰੁਜ਼ਗਾਰੀ ਹੁੰਦੀ ਹੈ, ਜਦਕਿ ਸ਼ਹਿਰੀ ਖੇਤਰ ਵਿੱਚ ਡੈਸ਼ ਬੇਰੁਜ਼ਗਾਰੀ ਹੁੰਦੀ ਹੈ। ਪੇਂਡੂ ਖੇਤਰ ਵਿੱਚ ਕਿਹੜੀ ਬੇਰੁਜ਼ਗਾਰੀ ਦੀ ਗੱਲ ਕੀਤੀ ਸੀ ਅਸੀਂ ਨੇ? ਛੁਪੀ ਹੋਈ ਬੇਰੁਜ਼ਗਾਰੀ ਅਤੇ ਮੌਸਮੀ ਬੇਰੁਜ਼ਗਾਰੀ, ਜਦਕਿ ਸ਼ਹਿਰੀ ਖੇਤਰ ਵਿੱਚ ਕਿਹੜੀ ਹੁੰਦੀ ਆ? ਪੜ੍ਹੀ ਲਿਖੀ ਬੇਰੁਜ਼ਗਾਰੀ। ਅੱਗੇ ਪੰਜਵੀਂ ਖਾਲੀ ਸਥਾਨ ਹੈ ਸਾਡੇ ਕੋਲ, ਉਹ ਕਿਰਿਆ ਜੋ ਧਨ ਕਮਾਉਣ ਲਈ ਕਰੀ ਜਾਂਦੀ ਹੈ ਨੂੰ ਡੈਸ਼ ਆਖਦੇ ਨੇ। ਹਾਂਜੀ ਬੱਚਿਓ, ਉਹ ਕਿਰਿਆ ਜਿਹੜੀ ਧਨ ਕਮਾਉਣ ਦੇ ਲਈ ਕੀਤੀ ਜਾਂਦੀ ਹੈ ਉਹਨੂੰ ਕਿਹੜੀ ਕਿਰਿਆ ਕਹਿੰਦੇ ਨੇ? ਆਰਥਿਕ ਕਿਰਿਆ। ਗੈਰ ਆਰਥਿਕ ਕਿਰਿਆ ਕਿਹੜੀ ਹੁੰਦੀ ਆ? ਉਹ ਕਿਰਿਆ ਜੋ ਕਿ ਧਨ ਕਮਾਉਣ ਦੇ ਮੋਟਿਵ ਦੇ ਨਾਲ ਨਹੀਂ ਕੀਤੀ ਜਾਂਦੀ। ਸੋ ਇੱਥੇ ਕੀ ਆਊਗਾ? ਆਰਥਿਕ ਕਿਰਿਆ। ਸੋ ਇਹ ਸੀਗਾ ਸਾਡਾ ਅੱਜ ਦਾ ਟੌਪਿਕ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੈਕਚਰ ਬਹੁਤ ਪਸੰਦ ਆਇਆ ਹੋਊਗਾ। ਧੰਨਵਾਦ।